ਦਲੀਲ ਵਿੱਚ ਤੁਹਾਡਾ ਸਵਾਗਤ ਹੈ ਅਤੇ ਮੈਂ ਹਾਂ ਐਸਪੀ ਸਿੰਘ। ਭਾਰਤ ਦੇ ਨਵੇਂ ਸੰਸਦ ਭਵਨ ਦਾ ਗਾਜੇ ਵਾਜੇ ਨਾਲ, ਹਵਨ ਨਾਲ, ਸਰਵ ਧਰਮ ਪ੍ਰਾਰਥਨਾ ਸਭਾ ਨਾਲ, ਹਰਮਨ ਪਿਆਰੇ ਨੇਤਾ ਦੇ ਭਾਸ਼ਣ ਨਾਲ ਅਤੇ ਮੁਲਕ ਦੀਆਂ ਪ੍ਰਮੁੱਖ ਸਿਆਸੀ ਧਿਰਾਂ ਵਿਚਲੇ ਪਾੜੇ ਅਤੇ ਕੜਵਾਹਟ ਦੇ ਪ੍ਰਦਰਸ਼ਨ ਨਾਲ ਉਦਘਾਟਨ ਹੋ ਗਿਆ ਹੈ। ਆਜ਼ਾਦੀ ਤੋਂ ਬਾਅਦ 75 ਸਾਲ ਤੱਕ ਰਾਇਸੀਨਾ ਦੇ ਪਹਾੜ ਉੱਤੇ ਅੰਗਰੇਜ਼ਾਂ ਦੀ ਬਣਾਈ ਪੁਰਾਣੀ ਗੋਲ ਇਮਾਰਤ ਵਾਲੀ ਪਾਰਲੀਮੈਂਟ ਨੇ ਜਿਸ ਕਿਸਮ ਦੀ ਕਾਨੂੰਨ ਸਾਜ਼ੀ ਕੀਤੀ, ਕਤਾਰ ਵਿੱਚ ਅਖੀਰ ਤੇ ਖੜੇ ਭਾਰਤ ਦੇ ਨਾਗਰਿਕ ਨੂੰ ਜਿਹੋ ਜਿਹਾ ਕਾਨੂੰਨ ਦਾ ਰਾਜ, ਇਨਸਾਫ, ਪ੍ਰਸ਼ਾਸਨ ਜਾਂ ਰੋਟੀ ਕੱਪੜਾ ਮਕਾਨ ਫਰਾਹਮ ਕੀਤਾ ਹੈ, ਉਸ ਬਾਰੇ ਹੁਣ ਅੱਜ ਕੀ ਕੀਰਨੇ ਪਾਉਣੇ ਹਨ। ਅੱਜ ਦਾ ਦਿਨ ਖੁਸ਼ੀਆਂ ਭਰਿਆ ਹੈ। ਹੁਣ ਇਮਾਰਤ ਵੀ ਤਿਕੋਨੀ ਹੈ, ਸੋਹਣੀ ਹੈ, ਵਿਸ਼ਾਲ ਹੈ, ਨਾਲੇ ਅੰਗਰੇਜ਼ਾਂ ਦੀ ਬਣਾਈ ਹੋਈ ਕੋਈ ਕਲੋਨੀਅਲ ਇਮਾਰਤ ਨਹੀਂ ਹੈ, ਬਸਤੀਵਾਦੀ ਭਵਨ ਕਲਾ ਦਾ ਨਮੂਨਾ ਨਹੀਂ ਹੈ, ਵਾਸਤੂ ਸ਼ਾਸਤਰ ਦੇ ਅਨੁਸਾਰ ਹੈ। ਮੁਸ਼ਕਿਲ ਇਹ ਹੈ ਕਿ ਕੀ ਮਾਮਲਾ ਸਿਰਫ ਪਾਰਲੀਮੈਂਟ ਦੀ ਇਮਾਰਤ ਦਾ ਹੈ, ਬਿਲਡਿੰਗ ਦਾ ਹੈ। ਵਿਰੋਧੀ ਧਿਰ ਨੇ ਬਾਈਕਾਟ ਕੀਤਾ ਹੈ ਕਿਉਂਕਿ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਕਰਨ ਦਾ ਫੈਸਲਾ ਕੀਤਾ। ਵਿਰੋਧੀਆਂ ਕਿਹਾ ਜੀ ਰਾਸ਼ਟਰਪਤੀ ਨੂੰ ਕਰਨਾ ਚਾਹੀਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਕਿਉਂਕਿ ਸਾਡੇ ਰਾਸ਼ਟਰਪਤੀ ਜੀ ਇੱਕ ਆਦੀਵਾਸੀ ਸਮਾਜ ਨੂੰ ਬਿਲੋਂਗ ਕਰਦੇ ਹਨ, ਖੁਦ ਮਹਿਲਾ ਹਨ, ਇਹ ਉਹਨਾਂ ਦੀ ਨਿਰਾਦਰੀ ਦੇ ਤੁਲ ਹੋਵੇਗਾ। ਇਹ ਸਭ ਪ੍ਰਤੀਕ ਹੁੰਦੇ ਹਨ, ਉਹਨਾਂ ਦਾ ਕਹਿਣਾ ਹੈ, ਸਿੰਬਲਸ ਹੁੰਦੇ ਹਨ। ਰਾਸ਼ਟਰਪਤੀ ਪਾਰਟਵੀਂ ਰਾਜਨੀਤੀ ਤੋਂ ਉੱਤੇ ਉੱਠਿਆ ਹੋਇਆ ਅਹੁਦਾ ਹੈ, ਨਾਨ ਪਾਰਟੀਜ਼ਨ ਹੈ। 20 ਪਾਰਟੀਆਂ ਨੇ ਬਾਈਕਾਟ ਕੀਤਾ, 25 ਪਾਰਟੀਆਂ ਜਸ਼ਨ ਦਾ ਹਿੱਸਾ ਸਨ। ਪਰ ਕੀ ਪਾਰਲੀਮੈਂਟ ਦੀ ਸਾਖ ਇਸ ਉੱਤੇ ਨਿਰਭਰ ਹੈ ਕਿ ਉਦਘਾਟਨ ਕੌਣ ਕਰਦਾ ਹੈ? ਮੰਨ ਲਵੋ ਰਾਸ਼ਟਰਪਤੀ ਨੇ ਕਰ ਦਿੱਤਾ ਹੁੰਦਾ, ਫਿਰ ਕੋਈ ਇਤਰਾਜ਼ ਨਹੀਂ ਸੀ। ਪਾਰਲੀਮੈਂਟਰੀ ਡੈਮੋਕ੍ਰੇਸੀ ਉੱਤੇ, ਸੰਸਦੀ ਲੋਕਤੰਤਰ ਉੱਤੇ ਬਹੁਤ ਸਾਰੇ ਖਤਰੇ ਮੰਡਰਾ ਰਹੇ ਹਨ। ਗੋਲ ਇਮਾਰਤ ਤੋਂ ਤਿਕੋਨੀ ਇਮਾਰਤ ਤੱਕ ਦੇ ਸਫ਼ਰ ਵਿੱਚ ਪਾਰਲੀਮੈਂਟ ਦਾ ਕੀ ਹਾਲ ਹੈ? ਭਵਨ ਸ਼ਾਨਦਾਰ ਹੈ, ਲੋਕਤੰਤਰ ਦਾ ਪਲਸਤਰ ਉਤਰ ਰਿਹਾ ਹੈ, ਢਾਂਚਾ ਖੋਖਲਾ ਕੀਤਾ ਜਾ ਰਿਹਾ ਹੈ। ਇਹ ਕਿਵੇਂ ਮਜ਼ਬੂਤ ਹੋਵੇਗਾ? ਸੋ ਇਮਾਰਤ ਦੇ ਨਾਲ ਲੋਕਤੰਤਰ ਦੀ ਇਬਾਰਤ ਦੀ ਗੱਲ ਕਰਨ ਲਈ ਅੱਜ ਸਾਡੇ ਨਾਲ ਹਨ ਪ੍ਰੋਫੈਸਰ ਡਾਕਟਰ ਆਸ਼ੂਤੋਸ਼ ਕੁਮਾਰ ਜੀ, ਪੋਲੀਟੀਕਲ ਸਾਇੰਸ ਦੇ ਸ਼ੋਬੇ ਨਾਲ ਵਬਸਤਾ ਹਨ, ਪੰਜਾਬ ਯੂਨੀਵਰਸਿਟੀ ਤੋਂ ਹਨ। ਸਾਡੇ ਨਾਲ ਪ੍ਰੋਫੈਸਰ ਮੁਹੰਮਦ ਖਾਲਿਦ ਜੀ ਜੁੜ ਰਹੇ ਹਨ, ਇਹ ਵੀ ਪੋਲੀਟੀਕਲ ਸਾਇੰਸ ਦੇ ਸ਼ੋਬੇ ਨਾਲ ਹੀ ਜੁੜੇ ਹੋਏ ਹਨ। ਤੇ ਇਹ ਦੋਨੋਂ ਪੈਨਲਿਸਟ ਪਾਰਲੀਮੈਂਟਰੀ ਡੈਮੋਕ੍ਰੇਸੀ ਦੇ ਵਿੱਚ ਇੰਸਟੀਟਿਊਸ਼ਨਸ ਕਿਸ ਕਿਸਮ ਦਾ ਰੋਲ ਨਿਭਾਉਂਦੇ ਹਨ, ਤੇ ਜੇ ਇੰਸਟੀਟਿਊਸ਼ਨਲ ਡੈਕੈਡੈਂਸ ਹੋ ਜਾਵੇ, ਜੇ ਉਹਨਾਂ ਇੰਸਟੀਟਿਊਸ਼ਨਸ ਦੇ ਵਿੱਚ ਹੀ ਡੈਪਰੀਵੇਸ਼ਨ ਆ ਜਾਵੇ, ਉਹਨਾਂ ਅਦਾਰਿਆਂ ਦੀ ਹੀ ਅਦਾਰਾਕੁਸ਼ੀ ਹੋ ਰਹੀ ਹੋਵੇ, ਤਾਂ ਫਿਰ ਲੋਕਤੰਤਰ ਨੂੰ ਕੀ ਬਿਲਡਿੰਗਾਂ ਦਰਕਾਰ ਨੇ ਜਾਂ ਕੋਈ ਹੋਰ ਵਡੇਰੇ ਰਿਫਾਰਮਸ ਨੇ ਜਿਨ੍ਹਾਂ ਦੀ ਬਹੁਤ ਜ਼ਰੂਰਤ ਹੈ? ਪ੍ਰੋਫੈਸਰ ਆਸ਼ੂਤੋਸ਼ ਕੁਮਾਰ ਜੀ, ਇਹਦਾ ਸਿਗਨੀਫਿਕੈਂਸ ਕੀ ਹੈ ਨਵੀਂ ਇਮਾਰਤ ਦਾ? ਦੇਸ਼ ਇੱਕ ਸੁਪਰ ਪਾਵਰ ਬਣ ਰਿਹਾ ਹੈ। ਜੇ ਸਿੰਬਲਸ ਦੀ ਪਾਵਰ ਹੁੰਦੀ ਹੈ ਤੇ ਆਪੋਜੀਸ਼ਨ ਕਹਿ ਰਹੀ ਹੈ ਕਿ ਜੀ ਤੁਸੀਂ ਰਾਸ਼ਟਰਪਤੀ ਤੋਂ ਕਿਉਂ ਨਹੀਂ ਕਰਵਾਇਆ, ਤਾਂ ਫਿਰ ਇਸ ਸਿੰਬਲ ਦੀ ਵੀ ਪਾਵਰ ਹੈ ਕਿ ਸਾਡਾ ਪਾਰਲੀਮੈਂਟ ਭਵਨ ਕਿਸ ਕਿਸਮ ਦਾ ਹੈ। ਬਾਹਰੋਂ ਵਿਦੇਸ਼ੀ ਮਹਿਮਾਨ ਆਇਆ ਕਰਨਗੇ, ਉਹਨੂੰ ਇੰਨੀ ਆਲੀਸ਼ਾਨ ਇਮਾਰਤ ਦੇਖਣਗੇ, ਰਾਇਸੀਨਾ ਦਾ ਪਹਾੜ ਦੇਖਣਗੇ, ਚਮਚਮ ਕਰਦੀ ਦਿੱਲੀ ਦੇਖਣਗੇ, ਤਾਂ ਉਹਨਾਂ ਨੂੰ ਲੱਗੇਗਾ ਕਿ ਵਾਕਈ ਇਹ ਕੋਈ ਸੁਪਰ ਪਾਵਰ ਹੈ ਜਿਹਨੂੰ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਵਿੱਚ ਪੱਕੀ ਕੁਰਸੀ ਮਿਲਣੀ ਚਾਹੀਦੀ ਹੈ। ਬਹੁਤ ਅੱਛਾ ਪ੍ਰਭਾਵ ਪਵੇਗਾ। ਐਂਡ ਸੈਕੰਡਲੀ ਟੇਕ ਦ ਅਦਰ ਕੁਐਸਚਨ ਟੂ, ਕੀ ਇਹ ਠੀਕ ਸੀਗਾ ਇਸ ਤਰੀਕੇ ਨਾਲ ਬਾਈਕਾਟ ਕਰਨਾ? ਇਹ ਐਨਫ ਸਬਸਟੈਂਸ਼ੀਅਲ ਮੁੱਦਾ ਸੀ ਜਿਹਦੇ ਤੇ ਆਪੋਜੀਸ਼ਨ ਨੇ ਇੰਨਾ ਵੱਡਾ ਇੱਕ ਇਸ਼ੂ ਕ੍ਰੀਏਟ कर लिया? आपने 2 सवाल पूछे हैं मेरे से, मैं जवाब दूंगा। पहली चीज़ की इमारतें भी बोलती हैं, इमारतें बोलती हैं। जब मुशर्रफ साहब आए थे, जनरल मुशर्रफ पहली बार जब आगरा समिट हुई थी जी, तो दिल्ली में पैदा हुए थे वो जी, तो उन्होंने जब ये सारी बिल्डिंग्स देखी हमारी, तो उन्होंने कहा कि आपके पास ये बिल्डिंगें हैं। तो ये एक जो कॉन्स्टिट्यूशनल जो हेरिटेज होता है ना, बिल्डिंगें प्रतीक होती हैं, सुप्रीम कोर्ट है, पार्लियामेंट है। जैसे अभी आपने प्रतीकात्मक सिंबल की बात करी राष्ट्रपति महोदया के बारे में, तो बिल्डिंग भी होती है। अदरवाइज ब्रिटेन में क्यों पुरानी बिल्डिंग को वो चला रहे हैं? हाउस ऑफ कॉमन्स, हाउस ऑफ लॉर्ड्स पुरानी बिल्डिंग है, 400 साल पुरानी है। हमारी बिल्डिंग तो 1927 में बनी थी। जी, पहली बात। दूसरी बात जो आपने कहा ना विरोधी दलों की बात, वहां पे असल में विरोधी दलों को ये ज्यादा अच्छा रहता कहना कि संसदीय लोकतंत्र जो पार्लियामेंट्री डेमोक्रेसी होती है, उसमें पार्लियामेंट कंसिस्ट ऑफ द प्रेसिडेंट, लोकसभा एंड राज्यसभा। सो राष्ट्रपति, लोकसभा ते राज्यसभा, इन्हां तिन्नां नूं मिला के पार्लियामेंट कहते हैं। ये प्रेसिडेंशियल सिस्टम में अलग होता है, जैसे अमेरिका में अमेरिकन प्रेसिडेंट कांग्रेस का पार्ट नहीं है, पर यहाँ तो हमारे यहाँ पार्लियामेंट्री सिस्टम में प्रेसिडेंट, आप 5th पार्ट पढ़िए कॉन्स्टिट्यूशन का, इज अ पार्ट ऑफ द प्रेसिडेंट, इज अ पार्ट ऑफ द पार्लियामेंट। जी, पार्ट ऑफ द पार्लियामेंट। वो कहते तो ज्यादा अच्छा होता है ना, मुझे ये लगता है। दूसरी बात, आपने आखिरी सवाल था बाइकआउट करने का। देखिए, ये तो
मतलब बाइकआउट करना मुझे नहीं लगता कि कोई ये मतलब जिस ग्राउंड पे वो बाइकआउट कर रहे हैं वो बहुत ही फिल्मसी ग्राउंड है, पर 20 पार्टियों ने मिलकर इस पे अपनी अकल के घोड़े दौड़ाए ये होंगे। शो करता है कि एक तरह से ये जो हमारे जो एडवर्सियल डेमोक्रेसी कहते हैं ना, वो बिल्कुल ही अपने उदात्त रूप में सामने आ रही है। हाँ, ये अच्छी बात नहीं है, क्योंकि कुछ चीज़ों में लोगों को साथ आना चाहिए, क्योंकि ये बहुत ही हिस्टोरिकल मोमेंट है। आप सोचिए कल हम लोग नहीं रहेंगे, ये जो नेतागण है वो भी नहीं रहेंगे, ये बिल्डिंग तो 100 साल रहेगी, 200 साल रहेगी। तो ਤੁਹਾਨੂੰ ਲੱਗਦਾ ਜਿਸ ਵੇਲੇ ਇਤਿਹਾਸ ਲਿਖਿਆ ਜਾਏਗਾ ਤੇ ਇਸੇ ਕਿਸਮ ਨਾਲ ਕੋਈ ਡਿਬੇਟ ਕਰ ਰਿਹਾ ਹੋਏਗਾ ਤਾਂ ਉਹ ਕਹੇਗਾ ਕਿ ਜਿਸ ਦਿਨ ਇਸ ਨਵੀਂ ਪਾਰਲੀਮੈਂਟ ਦਾ ਉਦਘਾਟਨ ਹੋਇਆ ਸੀ ਹਿੰਦੁਸਤਾਨ ਦੀ ਇਹ ਜਿਹੜੀਆਂ ग्रैंड ओल्ड पार्टी है वो बाहर रही सी। देखिए हम लोग कहते हैं ना बांग्लादेश में रूलिंग पार्टी को तो शामिल ही नहीं होने देते चुनाव में, तो ये हमारे डेमोक्रेसी पे एक बहुत बड़ा दाद लगेगा। खालिद साहब ਤੁਹਾਨੂੰ ਲੱਗਦਾ ਕਿ ਪ੍ਰਾਈਮ ਮਿਨਿਸਟਰ ਮੋਦੀ ਹੈਜ਼ ਪਲੇਡ ਇਟ ਵੈਲ? ਜੇ ਉਹ ਚਾਹੁੰਦੇ ਤਾਂ ਬਿਹਾਈਂਡ ਦਾ ਸੀਨਸ ਪਰਦੇ ਪਿੱਛੇ ਕੋਈ ਇਹੋ ਜਿਹੀ ਐਕਟੀਵਿਟੀ ਕਰ ਸਕਦੇ ਸੀ, ਮੋਡੀਫਾਈ ਕਰ ਸਕਦੇ ਸੀ, ਖੜਗੇ ਸਾਹਿਬ ਨੂੰ ਬੁਲਾ ਲੈਂਦੇ, ਇੱਕ ਨਵਾਂ ਚੀਜ਼ ਸ਼ੁਰੂ ਕਰ ਦਿੰਦੇ ਕਿ ਅਸੀਂ ਸਾਰੇ ਚੀਫ ਮਿਨਿਸਟਰਸ ਨੂੰ ਤੇ ਸਾਰੇ ਲੀਡਰਸ ਆਫ ਆਪੋਜੀਸ਼ਨ ਨੂੰ ਬੁਲਾ ਰਹੇ ਹਾਂ, ਇੱਕ ਰਿਮਾਰਕੇਬਲ ਜੀ ਚੀਜ਼ ਬਣ ਜਾਂਦੀ। ਪਰ ਉਹ ਚਾਹੁੰਦੇ ਸੀ ਕਿ ਇਹਨਾਂ ਨੂੰ ਪ੍ਰਵੋਕ ਕੀਤਾ ਜਾਵੇ, ਇਹ ਬਾਈਕਾਟ ਕਰ ਦੇਣ, ਇਸ ਤਰੀਕੇ ਨਾਲ ਦੋ ਧਿਰਾਂ ਸਾਹਮਣੇ ਦਿਖਾਈ ਦੇਣ ਤੇ ਫਿਰ ਨੈਰੇਟਿਵ ਤਾਂ ਦੇਸ਼ ਦੇ ਵਿੱਚ ਬੀਜੇਪੀ ਦੀ ਕੰਟਰੋਲ ਕਰਨ ਦੀ ਜਿਹੜੀ ਕੈਪੈਸਿਟੀ ਆ ਉਹ ਤਾਂ ਉਹਨਾਂ ਨੇ ਸਾਬਤ ਕੀਤੀ ਹੋਈ ਆ। ਯੂ ਥਿੰਕ ਆਪੋਜੀਸ਼ਨ ਗॉट ਟ੍ਰੈਪਡ? ਦੇਖੋ ਨਹੀਂ, ਹਾਂ ਇਦਾਂ ਹੈਗਾ ਕਿ ਆਪੋਜੀਸ਼ਨ ਦਾ ਸਭ ਤੋਂ ਬੜਾ ਜਿਹੜਾ ਮੁੱਦਾ ਹੈਗਾ ਉਹ ਹੈ ਕਿ ਇੱਕੋ ਹੀ ਵਿਅਕਤੀ ਇੱਕ ਪ੍ਰੋਜੈਕਟ ਜਿਹੜਾ ਕਿ ਸੈਂਟਰਲ ਵਿਸਟਾ ਪ੍ਰੋਜੈਕਟ ਹੈ ਜਿਹਦਾ ਇਹ ਪਾਰਟ ਹੈ ਉਹਨੂੰ ਕਨਸੀਵ ਕਰਦਾ, ਉਹੀ ਬੰਦਾ ਉਹਨੂੰ ਇਨਾਗਰੇਟ ਕਰਦਾ, ਸੌਰੀ ਸਟੋਨ ਲੇਇੰਗ ਕਰਦਾ, ਉਹੀ ਬੰਦਾ ਜਿਹੜਾ ਹੈਗਾ ਉਹਨੂੰ ਐਗਜ਼ੀਕਿਊਟ ਕਰਦਾ, ਉਹੀ ਬੰਦਾ ਉਹਦੀ ਇੰਸਪੈਕਸ਼ਨ ਕਰਦਾ, ਉਹੀ ਬੰਦਾ ਜਿਹੜਾ ਹੈਗਾ ਉਹਨੂੰ ਇਨਾਗਰੇਟ ਕਰ ਰਿਹਾ। ਹਰ ਵਾਰੀ ਉਹੀ ਬੰਦਾ ਕਹਿਣ ਦੀ ਬਜਾਏ ਤੁਸੀਂ ਹਰ ਵਾਰੀ ਕਹਿ ਸਕਦੇ ਜੀ ਹਰਮਨ ਪਿਆਰੇ ਪ੍ਰਧਾਨ ਮੰਤਰੀ 303 ਐਮਪੀ ਵਾਲੇ ਪ੍ਰਧਾਨ ਮੰਤਰੀ, ਦੈਨ ਇਟ ਮੇਕ ਸੈਂਸ, ਯੂ ਨੋ इट मेक्स सेंस कि ये जी डेमोक्रेसी है क्या मेजोरिटेरियन ऑटोक्रेटिक डेमोक्रेसी है या ये पार्टिसिपेटरी डेमोक्रेसी है? क्या तुसी आपोजिशन नू किसी भी जगह इन्वॉल्व करने की कोशिश की? क्या आपोजिशन नू राइट फ्रॉम द बिगनिंग सो यू आर सेइंग कि डेमोक्रेटिक प्रोटेस्ट है ये भी पार्ट है पार्लियामेंट्री डेमोक्रेसी? नहीं, दूसरी चीज ये है ਇਹਦੇ ਚ फर्दर सिंबलिज्म है, ਉਹ ਸਿੰਬੋਲਿਜ਼ਮ ਹੈਗਾ ਕਿ 2024 ਦਾ ਇਲੈਕਸ਼ਨ ਹੈ। 2024 ਦੇ ਇਲੈਕਸ਼ਨ ਦੇ ਵਿੱਚ ਕਿਆ ਆਪੋਜੀਸ਼ਨ ਆਪਣੇ ਆਪ ਨੂੰ ਯੂਨਾਈਟ ਕਰ ਸਕੇਗੀ? ਮੈਨੂੰ ਇਹ ਨਹੀਂ ਪਤਾ, ਮੈਨੂੰ ਇਹ ਪਤਾ 2000 ਜਿਹੜੀ ਪਾਰਲੀਮੈਂਟ ਦਾ ਹੁਣ ਕੀਤਾ ਨਾ ਬਾਈਕਾਟ, ਇਹਦੇ ਅੰਦਰ ਵੜਨ ਲਈ ਪੂਰਾ ਜ਼ੋਰ ਲੱਗ ਜਾਣਾ। ਤੀਸਰੀ ਚੀਜ਼ 2024 ਤੀਸਰੀ ਚੀਜ਼ ਇਹ ਹੈਗੀ ਹੈ ਜਿਹਦੇ ਜਾਣ ਨਹੀਂ ਰਿਹਾ। ਆਰਟੀਕਲ 79 ਦੀ ਗੱਲ ਕੀਤੀ ਹੈ, ਡੈਫੀਨਿਟਲੀ ਆਰਟੀਕਲ 79 ਦੇ ਵਿੱਚ ਰਾਸ਼ਟਰਪਤੀ ਜਿਹੜਾ ਹੈਗਾ ਉਹ ਪਾਰਟ ਹੈ, ਰਾਸ਼ਟਰਪਤੀ ਪਲੱਸ ਲੋਕ ਸਭਾ ਪਲੱਸ ਰਾਜ ਸਭਾ, ਬਿਲਕੁਲ ਪਾਰਟ ਹੈ ਪਾਰਲੀਮੈਂਟ ਦਾ। ਬਿਲਕੁਲ ਜਿਸ ਵੇਲੇ ਉਹ ਪਾਰਟ ਹੈ ਤਾਂ ਉਹਨੂੰ ਬਾਹਰ ਕੱਢਣਾ ਜਾਂ ਉਹਨੂੰ ਸਾਈਡ ਲਾਈਨ ਤੇ ਬਿਠਾਉਣਾ, ਉਹ ਜੇ ਦੇਸ਼ ਦੀ ਜਿਹੜੀ ਸਭ ਤੋਂ ਵੱਡੀ ਕੁਰਸੀ ਹੈ ਉਹਦਾ ਸਮਝ ਲਓ ਅਪਮਾਨ ਹੈ। ਔਰ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਹੀ ਆਪੋਜੀਸ਼ਨ ਪਾਰਟੀ ਕੱਢੀ ਹੋਈ ਹੈ। ਹੁਣ ਇਹ ਹੈਗਾ ਕਿ ਆਪੋਜੀਸ਼ਨ ਨੂੰ ਇਕੱਠਾ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ। ਮੈਂ ਇੱਕ ਲਾਸਟ ਪੁਆਇੰਟ ਕਹਾਂਗਾ ਕਿ ਇਹ ਕਹਿਣਾ ਕਿ ਆਪੋਜੀਸ਼ਨ ਨੂੰ ਹੋਣਾ ਚਾਹੀਦਾ, ਦੇਖੋ ਸਾਰੇ ਪੋਲੀਟੀਕਲ ਪਾਰਟੀ ਨੇ ਆਪਣੀ ਆਪਣੀ ਐਗਜ਼ੀਕਿਊਟਿਵ ਦੇ ਵਿੱਚ ਆਪਣੇ ਆਪਣੇ ਜਿਹੜੇ ਹੈਗੇ ਆ ਉੱਥੇ ਸਾਰੀ ਗੱਲਬਾਤ ਕੀਤੀ ਹੋਣੀ ਹੈ, ਗੱਲਬਾਤ ਕਰਕੇ ਹੀ ਇਕੱਠੇ ਹੋਏ ਆ। ਇਹ ਸਮਝ ਲਓ ਇੱਕ ਆਪੋਜੀਸ਼ਨ ਦੀ ਕਲੈਕਟਿਵ ਵਿਜ਼ਡਮ ਹੈ। ਚੀਜ਼ ਦੇ ਉੱਤੇ ਮੈਂ ਹੈਰਾਨ ਹਾਂ ਕਿ ਜਿਹੜਾ ਪੋਲੀਟੀਕਲ ਵਿਜ਼ਡਮ ਹੈ ਉਹ ਇਸ ਕਿਸਮ ਦੇ ਸਿੰਬਲਿਜ਼ਮ ਦੇ ਉੱਤੇ ਆ ਕੇ ਖੜਾ ਹੋ ਗਿਆ, ਵਿਚ ਮੀਨਸ ਕਿ ਆਪੋਜੀਸ਼ਨ ਨੂੰ ਇਹ ਵਿਸ਼ਵਾਸ ਹੈ ਕਿ ਇਹ ਸਿੰਬਲਿਜ਼ਮ ਵਿਕੇਗਾ, that we will be able to tell people ਕਿ ਦੇਖੋ ਬੈਕਵਰਡ ਕਾਸਟ, ਸ਼ੈਡਿਊਲਡ ਕਾਸਟ, ਮਾਰਜਨਲਾਈਜ਼ਡ ਨੂੰ, ਆਦੀਵਾਸੀ ਨੂੰ ਇਹ ਸਰਕਾਰ ਕੁਝ ਨਹੀਂ ਸਮਝਦੀ। ਪਰ ਐਗਜ਼ੈਕਟਲੀ ਉਹੀ ਉਹ ਡੈਮੋਗ੍ਰਾਫਿਕਸ ਨੇ ਜਿਨ੍ਹਾਂ ਨੂੰ ਆਪਣੀ ਵੈਲਫੇਅਰਿਜ਼ਮ ਦੀ ਪੋਲਿਟਿਕਸ ਦੇ ਨਾਲ ਮੋਦੀ ਹੋਰੀ ਵੂ ਕਰ ਰਹੇ ਨੇ। ਆਪੋਜੀਸ਼ਨ ਇਨਫੈਕਟ ਇਜ਼ ਗੋਇੰਗ ਬੈਕ। ਰਾਹੁਲ ਗਾਂਧੀ ਤਾਂ ਡਿਮਾਂਡ ਕਰ ਰਹੇ ਨੇ ਕਾਸਟ ਸੈਂਸਸ ਦੀ ਕਿ ਵਾਈ ਇਜ਼ ਦ ਆਪੋਜੀਸ਼ਨ ਸੋ ਕਨਵਿੰਸਡ ਕਿ ਉਹ ਇਸ ਆਪਣੇ ਸਟਾਂਸ ਨੂੰ ਵੇਚ ਪਾਏਗੀ, ਇਹਦੇ ਇਲੈਕਟੋਰਲ ਬੈਨੀਫਿਟਸ ਹੋਣਗੇ। ਲੜਾਈ ਬਹੁਤ ਨੇੜੇ ਆ, 2024 ਬਹੁਤ ਨੇੜੇ ਆ। ਇਹ ਜਿਹੜੇ ਪਾਰਲੀਮੈਂਟ ਦਾ ਬਾਈਕਾਟ ਕੀਤਾ ਇਹਦੇ ਅੰਦਰ ਵੜਨ ਲਈ ਜੀ ਜਾਨ ਦਾ ਜ਼ੋਰ ਲੱਗ ਜਾਣਾ। You think opposition could have played it better? मुझे लगता है जैसे अभी कर्नाटक में अगर आप चुनावी सर्वेक्षणों में जाएं तो सभी ने ये शो किया, एनडीटीवी का तो खासकर मुझे याद है, CSGS का, कि जो दलित समाज है, जो पिछड़ा समाज, अहिमदा जिसको कहते हैं, उन्होंने कांग्रेस को सपोर्ट करा है। तो ये हो सकता है कि उस वहाँ से ये बात आई होगी कि भाई इससे कुछ हमें फायदा हो सकता है, पर ये कुछ सही नहीं है। और जहाँ तक खालिद साहब ने कहा तो इनविटेशन तो खालिद साहब सबको दिया होगा, इनविटेशन सबको दिया होगा। अब ये उम्मीद करना कि प्रधानमंत्री जी कोई भी हो, प्रधानमंत्री जी ਇੱਕ ਤਾਂ ਟ੍ਰੈਡੀਸ਼ਨ ਦੀ ਗੱਲ ਹੈ। ਦੇਖੋ ਮੈਂ ਬ੍ਰਿੰਦਾ ਕਰਾਥ ਹੋਰਾਂ ਦਾ ਰੀਸੈਂਟ ਪੀਸ ਪੜ੍ਹ ਰਿਹਾ ਸੀਗਾ ਇੰਡੀਅਨ ਐਕਸਪ੍ਰੈਸ ਦੇ ਵਿੱਚ। ਉਹਨਾਂ ਨੇ ਕਿਹਾ ਜਿਸ ਵੇਲੇ ਹਾਲੇ ਸੰਵਿਧਾਨ ਬਣਿਆ ਨਹੀਂ ਸੀ, ਜਿਸ ਵੇਲੇ ਅਜੇ ਦੇਸ਼ ਦੇ ਵਿੱਚ ਕੋਈ ਰਾਸ਼ਟਰਪਤੀ ਨਹੀਂ ਸੀ,
ਤਾਂ ਉਸ ਰਾਤ ਨੂੰ ਜਦੋਂ ਨੈਸ਼ਨਲ ਫਲੈਗ ਹੈਂਡਓਵਰ ਕਰਨਾ ਸੀ, ਉਹਨਾਂ ਨੇ ਹੰਸਾ ਮਹਿਤਾ ਨੂੰ ਅੱਗੇ ਕੀਤਾ। 15 ਟੋਟਲ ਵਿਮਨ ਮੈਂਬਰ ਸੀਗੀਆਂ ਕਨਸਟੀਟਿਊਐਂਟ ਅਸੈਂਬਲੀ ਦੀਆਂ, ਉਹਨਾਂ ਵਿੱਚੋਂ ਹੰਸਾ ਮਹਿਤਾ ਨੂੰ ਉਹਨਾਂ ਨੇ ਹੈਂਡਓਵਰ ਕੀਤਾ, ਜਦੋਂ ਕਿ ਜਵਾਹਰ ਲਾਲ ਨਹਿਰੂ ਵੀ ਉਸ ਨੂੰ ਰਿਸੀਵ ਕਰ ਸਕਦੇ ਸੀਗੇ। ਉਹਨਾਂ ਨੇ ਕਿਹਾ ਦੇਖੋ ਸਿੰਬਲਿਜ਼ਮ, ਔਰ ਰਾਜਿੰਦਰ ਪ੍ਰਸਾਦ ਜੀ ਉਸ ਵੇਲੇ ਹਾਜ਼ਰ ਸਨ। ਸੋ ਰਾਜਿੰਦਰ ਪ੍ਰਸਾਦ ਜੀ ਨੂੰ ਹੰਸਾ ਮਹਿਤਾ ਨੇ ਫਲੈਗ ਫੜਾਇਆ। ਰਾਜਿੰਦਰ ਪ੍ਰਸਾਦ ਵਾਸ ਸਟਿਲ ਨਾਟ ਦਾ ਪ੍ਰੈਜ਼ੀਡੈਂਟ। ਮੈਂ ਇਹਦੇ ਵਿੱਚ ਇੱਕ ਟ੍ਰੈਡੀਸ਼ਨ ਤਾਂ ਸੀ, ਇੱਕ ਡਿਫਰੈਂਟ ਟ੍ਰੈਡੀਸ਼ਨ ਸੀ। ਨਹੀਂ, ਮੈਂ ਇੱਕ ਚੀਜ਼ ਐਡ ਕਰਦਾ, ਦੇਖੋ ਇਦਾਂ ਆਸ਼ੂਤੋਸ਼ ਜੀ, ਇਸ ਤੋਂ ਪਹਿਲਾਂ ਜੋ ਕੁਝ ਵੀ ਹੋਇਆ, ਫॉर एग्जांपल ਦੋ ਮੇਜਰ ਐਗਜ਼ਾਮਪਲਸ ਦਿੱਤੀਆਂ ਜਾ ਰਹੀਆਂ। ਨੰਬਰ 1 ਪਾਰਲੀਮੈਂਟ ਦੀ ਅਨੈਕਸੀ ਬਣੀ, हाँ, वो राजीव गांधी ने ਉੱਥੇ ਰਾਜੀਵ ਗਾਂਧੀ ਨੇ ਜੇ ਇਨਾਗਰੇਟ ਕੀਤਾ ਤਾਂ ਦੂਸਰੇ ਨੇ ਸਟੋਨ ਲੇਇੰਗ ਕੀਤੀ। ਪ੍ਰੈਜ਼ੀਡੈਂਟ ਵੀ ਇਨਵੋਲਵਡ ਸੀਗਾ, ਪ੍ਰਾਈਮ ਮਿਨਿਸਟਰ ਵੀ। ਦੇਖੋ ਜਿਹੜਾ ਲਾਇਬ੍ਰੇਰੀ ਜਾਂ ਲਾਇਬ੍ਰੇਰੀ ਨੂੰ ਕੰਪੇਅਰ ਕਰਨਾ ਪਾਰਲੀਮੈਂਟ ਨਾਲ ਇਨਕੰਪੈਰੀਬਲ, ਲੇਕਿਨ ਕੰਪੇਅਰ ਨਾ ਵੀ ਕਰੀਏ ਫਿਰ ਵੀ ਇਹ ਜ਼ਰੂਰ ਹੈ ਕਿ ਦੋਨੋਂ ਟੌਪ ਦੇ ਆਫਿਸਿਸ ਇਨਵੋਲਵਡ ਸੇ ਦੋਨੋਂ ਵਾਰ। ਔਰ ਤੀਸਰਾ ਜਿਹੜੀ ਫਰਦਰ ਐਕਸਟੈਂਸ਼ਨ ਹੋਈ ਉਹਦੇ ਵਿੱਚ ਲੋਕ ਸਭਾ ਦਾ स्पीकर और राज्यसभा ਦਾ ਚੇਅਰਮੈਨ यानी कि हामिद अंसारी और मेरा ख्याल है सोमनाथ चैटर्जी, उन्होंने स्टोन लेइंग ਕੀਤੀ। ਮਤਲਬ ਇਹ ਹੈਗਾ ਕਿ ਲੋਕਾਂ ਨੂੰ ਨਾਲ ਲੈ ਕੇ ਚੱਲਣ ਦੇ। ਅੱਛਾ, ਤੁਸੀਂ ਮੈਨੂੰ ਲੱਗਦਾ ਜੇ ਕਾਂਗਰਸ ਡਿਫਰੈਂਟ ਬਿਆਨੀਆਂ ਬਣਾਉਂਦੀ, ਜੇ ਉਹ ਇਹ ਬਿਆਨੀਆਂ ਬਣਾਉਂਦੀ ਕਿ ਭਾਈ ਬੀਜੇਪੀ ਨੇ ਆਪਣਾ ਕਿੱਥੋਂ ਸਟਾਰਟ ਕੀਤਾ ਸਫ਼ਰ, ਪ੍ਰਧਾਨ ਮੰਤਰੀ ਆਏ, ਪਾਰਲੀਮੈਂਟ ਦੇ ਸਟੈਪਸ ਦੇ ਆ ਕੇ ਉਹਨਾਂ ਨੇ ਮੱਥਾ ਟੇਕਿਆ। 2014 ਵਿੱਚ ਇੱਥੋਂ ਹੀ ਸ਼ੁਰੂਆਤ ਹੋਈ ਸੀ ਨਾ। ਬਿਲਕੁਲ। ਤੇ ਫਿਰ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਆਪੋਜੀਸ਼ਨ ਦੀਆਂ ਵੌਇਸਿਸ ਬਲੌਕਡ ਆਊਟ ਹੋ ਗਈਆਂ, ਉਹਨਾਂ ਨੂੰ ਕੱਢਿਆ ਜਾ ਰਿਹਾ ਹੈ। ਹੁਣ ਤਾਂ ਚੁਣ ਕੇ ਆਪੋਜੀਸ਼ਨ ਦੇ ਵੱਡੇ ਲੀਡਰਾਂ ਨੂੰ ਜੇ ਮੌਕਾ ਲੱਗਦਾ ਤਾਂ ਕਿਸੇ ਨੂੰ ਡਿਸਕੁਆਲੀਫਾਈ ਕੀਤਾ ਜਾ ਸਕਦਾ ਹੈ, ਕਿਸੇ ਨੂੰ 8 ਸਾਲ ਲਈ ਇਲੈਕਟੋਰਲ ਪੀਰੀਅਡ ਵਿੱਚੋਂ ਕੱਢਿਆ ਜਾ ਸਕਦਾ ਹੈ। ਫਿਰ ਇੱਕ ਉਹ ਸੁੰਦਰ ਨਮੂਨਾ ਜਿਹੜਾ ਸਾਡੇ ਦੇਸ਼ ਦੀ ਮਾਨਯੋਗ ਲੋਕਤੰਤਰੀ ਪ੍ਰਣਾਲੀ ਦਾ ਸ਼੍ਰੀ ਮਾਨਯੋਗ ਬ੍ਰਿਜ ਭੂਸ਼ਣ ਸ਼ਰਨ ਸਿੰਘ ਜੀ, ਉਹ ਤੇ ਗੋਲ ਇਮਾਰਤ ਵਿੱਚ ਵੀ ਸ਼ਾਨ ਨਾਲ ਬੈਠਣਗੇ ਤੇ ਤਿਕੋਨੀ ਇਮਾਰਤ ਦੇ ਵਿੱਚ ਵੀ ਹੋਰ ਜ਼ਿਆਦਾ ਸ਼ਾਨ ਨਾਲ ਬੈਠਣਗੇ, ਉਹ ਸੁਸ਼ੋਭਿਤ ਹੋਣਗੇ। ਸੋ ਜੇ ਤੁਸੀਂ ਇਹਨਾਂ ਚੀਜ਼ਾਂ ਨੂੰ ਲੈ ਕੇ ਆਓ ਕਿ ਭਾਈ ਇਹ ਪਾਰਲੀਮੈਂਟ ਦੇ ਦਸਤੂਰ ਕਦੋਂ ਬਦਲਣੇ ਨੇ, ਮੈਨੂੰ ਤਾਂ ਇਸ ਗੱਲ ਤੇ ਜੇ ਕੋਈ ਇਹਦੇ ਤੇ ਰਿਫਾਰਮਸ ਦੀ ਗੱਲ ਕਰਦਾ ਕਿ ਪਾਰਲੀਮੈਂਟ ਦਾ ਹਰ ਐਮਪੀ, ਐਂਡ ਆਸ਼ੂਤੋਸ਼ ਜੀ ਯੂ ਹੈਵ ਸਟੱਡੀਡ ਦਿਸ ਸਬਜੈਕਟ, ਪਾਰਲੀਮੈਂਟ ਦਾ ਹਰ ਐਮਪੀ ਆਪਣੀ ਕੈਰੀਅਰ ਦੀ ਸ਼ੁਰੂਆਤ ਲਿਖਤੀ ਤੌਰ ਦੇ ਉੱਤੇ ਝੂਠ ਬੋਲ ਕੇ ਕਰਦਾ ਹੈ ਕਿ ਮੈਂ ਆਪਣੀ ਚੋਣ ਦੇ ਵਿੱਚ ਕਿੰਨਾ ਪੈਸਾ ਖਰਚਿਆ ਹੈ। ਐਗਜ਼ੈਕਟਲੀ, ਇਟਸ ਅ ਸਰਟੀਫਾਈਡ ਲਾਈ। ਹਿੰਦੁਸਤਾਨ ਦੇ ਸਾਰੇ ਐਮਪੀਆਂ ਦੀ ਡਿਊਟੀ ਲੱਗੀ ਹੈ, ਪਹਿਲਾਂ ਝੂਠ ਬੋਲੋ ਵੱਡਾ ਸਾਰਾ, ਫਿਰ ਉਹਦੇ ਤੇ ਸਾਈਨ ਕਰੋ, ਹੁਣ ਤੁਸੀਂ ਐਮਪੀ ਬਣ ਗਏ, ਹੁਣ ਤੁਸੀਂ ਕਸਮ ਚੁੱਕ ਲਓ। ਜੇ ਅਸੀਂ ਇਹਨਾਂ ਰਿਫਾਰਮਸ ਦੀ ਗੱਲ ਕਰਦੇ, ਵੀ ਵੁੱਡ ਹੈਵ ਬੀਨ ਟਾਕਿੰਗ ਅਬਾਊਟ ਅ ਵੈਰੀ ਡਿਫਰੈਂਟ ਡਿਬੇਟ। ਫਿਰ ਅਸੀਂ ਹੋਰ ਗੱਲਾਂ ਕਰ ਰਹੇ ਹੁੰਦੇ। ਯੂ ਥਿੰਕ ਬੀਜੇਪੀ ਨੇ ਵੀ ਅਪਰਚੁਨਿਟੀ ਮਿਸ ਕਰ ਦਿੱਤੀ, ਕਾਂਗਰਸ ਨੇ ਵੀ ਅਪਰਚੁਨਿਟੀ ਮਿਸ ਕਰ ਦਿੱਤੀ। ਇਸ ਦੇਸ਼ ਨੇ ਪਾਰਲੀਮੈਂਟਰੀ ਡੈਮੋਕ੍ਰੇਸੀ ਬਾਰੇ ਇੱਕ ਵੱਡੇ ਡਿਬੇਟ ਦੀ ਜਗ੍ਹਾ ਦੇ ਉੱਤੇ ਇੱਕ ਛੋਟੇ ਡਿਬੇਟ ਦੇ ਵਿੱਚ टीवी दियां बहसां नूं मसाला प्रोवाइड करने लिए केवल इहो जिहा डिबेट कीता। हाँ, तो ये तो है ही है ना। देखिए, अगर आप पहले की बात करें, जो पहली लोकसभा दूसरी लोकसभा थी, बहुत रिप्रेजेंटेटिव नहीं थी उस जमाने में, अगर आप कास्ट बेसिस पे देखें और विमेन की पार्टिसिपेशन देखें, लेकिन उस समय की जो बहसें होती थी वो बहुत ही उच्च दर्जे की होती थी, है ना। यहाँ तक कहा जाता था कि जो हाउस ऑफ ब्रिटिश पार्लियामेंट में जो बहस हो रही है उससे ज्यादा अच्छे स्तर की होती थी। हम लोग अभी भी, जैसे आपने कहा, हम पढ़ाते हैं, तो अभी भी हम जैसे स्टेट रिऑर्गेनाइजेशन ये सब पे जो बहस हुई थी, अभी भी हम लोग उसको पढ़ते हैं। तो वो एक तरह से कहीं कहीं लगता है कि कॉन्स्टिट्यूएंट असेंबली में जो बहस हुई थी ना, उसके टक्कर की बहसें हैं। सो जेड़ा मतलब है, जेड़ा कानून साजी, जेड़ा रियल काम है, लॉ मेकिंग, ਉਹਦੇ ਵਿੱਚ डिटीरियोरेशन आ गई। अब क्या हो गया ना, नहीं हो रही, डिबेट नहीं हो रही, लॉ मेकिंग पूरा। अब मैं एक बात करना चाहता हूँ, अब जो पार्लियामेंटेरियन है ना, वो अपने को लॉ मेकर के रोल में कम देखते हैं। उनको लगता है, ये धारणा बनती जा रही है कि हमें चुनाव जीतने के लिए पार्लियामेंट में कोई परफॉर्मेंस का मतलब नहीं बनता, हमें अपनी कॉन्स्टिट्यूएंसी को सर्व करना है। और दूसरी बात, जो ये एंटी डिफेक्शन लॉ आया है, तो अब पार्लियामेंटेरियन तो उनकी कोई अपनी पूछ ही नहीं है। ਮੈਨੂੰ ਬ੍ਰੇਕ ਨਹੀਂ ਰੁਕਣਾ ਪੈ ਰਿਹਾ। ਦਰਅਸਲ ਆਪਾਂ ਨੂੰ ਇਹ ਡਿਸਕਸ ਕਰਨਾ ਚਾਹੀਦਾ ਹੈ। ਉਹਨਾਂ ਨੇ ਤਾਂ ਫੈਸਲਾ ਕੀਤਾ ਹੈ ਵੀ ਭਾਈ ਗੋਲ ਇਮਾਰਤ ਤੋਂ ਤਿਕੋਨੀ ਹੋ ਗਈ ਹੈ, ਕੀ ਬਦਲ ਗਿਆ। ਆਪਾਂ ਇਹ ਗੱਲ ਕਰ ਲਈਏ ਕਿ ਜਦੋਂ ਤੋਂ ਪਾਰਲੀਮੈਂਟ ਸਟਾਰਟ ਹੋ ਗਈ ਹੈ, ਆਪਾਂ 1947 ਵਾਲੀ ਤੋਂ ਲੈ ਲੈਂਦੇ ਆ, ਉਦੋਂ ਤੋਂ ਲੈ ਕੇ ਹੁਣ ਤੱਕ ਕਿਵੇਂ ਕਿਵੇਂ ਪਾਰਲੀਮੈਂਟ ਬਦਲਦੀ ਆ ਰਹੀ ਹੈ, ਜਿਹਦੇ ਬਾਰੇ ਐਕਚੁਅਲੀ ਗੱਲ ਹੋਣੀ ਚਾਹੀਦੀ ਸੀ। ਬਟ ਆਫਟਰ ਦਿਸ ਬ੍ਰੇਕ। ब्रेक तो बाद फिर स्वागत है जी। गल कर रहे हैं नवी पार्लीमेंट बारे, जिस दा ताज़ा उद्घाटन होया है बाईकॉट दे नाल ते सैलीब्रेशनस दे नाल। लोक सभा मोर वाले मोटिव दे उत्ते डिज़ाइन की गई है ते राज्य सभा कमल दे फुल वाले मोटिव दे उत्ते डिज़ाइन की गई है। तुहानूं पता है, मोर नाल किसी पॉलिटिशियन का कोई बहुता संबंध असीं पीकॉक नाल सुनिया नहीं है, ते लोटस नाल ते किसी पोलीटिकल पार्टी का तिलक नहीं होवेगा, कमल दे फुल नाल तां। सो ਇਹਦੇ ਵਿੱਚ ਕੋਈ ਰਾਜਨੀਤੀ ਪੜਨ ਦੀ ਲੋੜ ਨਹੀਂ ਹੈ।
ਮੈਂ ਇਹ ਦੱਸਿਆ ਗਿਆ ਮੈਨੂੰ ਕਿ ਦੀਵਾਰ ਦੇ ਉੱਤੇ ਬ੍ਰੌਂਜ਼ ਦਾ ਮਿਊਰਲ ਜਿਹੜਾ ਲੱਗਾ ਹੋਇਆ ਹੈ ਸਮੁੰਦਰ ਮੰਥਨ ਦਾ, ਤੇ ਸ਼ਲੋਕਾਸ ਲਿਖੇ ਹੋਏ ਨੇ, ਤੇ ਜਿਹੜਾ ਉਹ ਸੈਂਟਰਲ ਫੋਇਰ ਹੈ ਜਿੱਥੋਂ ਆਪਾਂ ਅੰਦਰ ਵੜਦੇ ਹਾਂ ਤੇ ਉਹ ਵੱਡਾ ਵਿਹੜਾ ਜਿਹੜਾ ਸੈਂਟਰ ਵਾਲਾ, ਉਹਦੇ ਤੇ ਬਨਿਆਨ ਟਰੀ ਜਿਹੜਾ ਬੋਰਡ ਦਾ ਜਿਹੜਾ ਦਰਖਤ ਹੈ ਉਹਦੀ ਥੀਮ ਦੇ ਉੱਤੇ ਉਹ ਸਾਰਾ ਬਣਾਇਆ ਗਿਆ। ਸੋ ਫੀਕਸ ਬੈਂਗਾਲਨੀਸਿਸ ਉਹਨੂੰ ਕਹਿੰਦੇ ਨੇ। ਮੈਂ ਆਪਣੀ ਬੋਟਨੀ ਦੀ ਨੌਲੇਜ ਦਾ ਵੀ ਮੁਜ਼ਾਹਰਾ ਕਰਦਿਆਂ ਬੰਗਾਲ ਵਾਲਿਆਂ ਨੂੰ ਇਹਦੀ ਵੱਖਰੀ ਵਧਾਈ ਹੋਵੇ ਵੀ ਉਹ ਤੇ ਇੱਕ ਨਾਂ ਰੱਖਿਆ ਗਿਆ ਸੀਗਾ ਬੋਟੈਨੀਕਲ। ਤੋ ਮੈਨੂੰ ਦੱਸੋ ਵੀ ਜਿਸ ਵੇਲੇ ਇਹ ਹੁਣ ਪਾਰਲੀਮੈਂਟ ਬਣ ਗਈ ਹੈ ਤੇ ਤੁਸੀਂ ਕਹਿ ਰਹੇ ਸੀ ਪਹਿਲਾਂ ਇਹੋ ਜਿਹੀਆਂ ਬਹਿਸਾਂ ਹੁੰਦੀਆਂ ਸੀ, ਕਨਸਟੀਟਿਊਐਂਟ ਅਸੈਂਬਲੀ ਦੇ ਡਿਬੇਟ ਇਸ ਤਰ੍ਹਾਂ ਦੇ ਹੁੰਦੇ ਸੀ ਜੀ, ਮੈਨੂੰ ਦੱਸੋ ਇਹ ਜਦੋਂ ਪਾਰਲੀਮੈਂਟ ਸਟਾਰਟ ਹੋਈ ਸੀ ਇਹ ਕਿੱਦਾਂ ਦੀ ਹੁੰਦੀ ਸੀ? ਇਟ ਵਾਜ਼ ਅ ਬਾਸਟੀਅਨ ਆਫ ਲਾਇਰਸ। ਸਾਰੇ ਵਕੀਲ ਉੱਤੇ ਇਕੱਠੇ ਕੀਤੇ ਸੀ। ਦੁਨੀਆ ਜਹਾਨ ਦੀਆਂ ਵਧੀਆ ਬਹਿਸਾਂ ਇਹ ਸੁਣੋ, ਦੁਨੀਆ ਜਹਾਨ ਦੀਆਂ ਵਧੀਆ ਬਹਿਸਾਂ ਇਹ ਅੰਗਰੇਜ਼ੀ ਵਿੱਚ ਕਰ ਰਹੇ ਹੁੰਦੇ ਸੀਗੇ, ਔਰ ਕਿਸ ਕਿਸਮ ਦੇ ਉੱਥੇ ਲੋਕ ਇਕੱਠੇ ਹੁੰਦੇ ਸੀਗੇ। ਇਹ ਤਾਂ ਜਾ ਕੇ ਅੱਛਾ ਵਨ ਪਾਰਟੀ ਰੂਲ ਬਣਾ ਰੱਖਿਆ ਸੀਗਾ। 77 ਜਾ ਕੇ ਪਹਿਲੀ ਵਾਰੀ ਆਏ, ਕੋਈ ਨਾਨ ਕਾਂਗਰਸੀ 77 ਚ ਆਏ ਨੇ। ਉਸ ਤੋਂ ਬਾਅਦ ਅਸੀਂ ਇਸ ਤਰ੍ਹਾਂ ਦੀਆਂ ਕੋਈ ਟੁੱਟਦੀਆਂ ਸਰਕਾਰਾਂ ਦੇਖੀਆਂ, ਕੋਈ ਕੋਲੀਸ਼ਨ ਗਵਰਨਮੈਂਟਸ ਦੇਖੀਆਂ। ਇੱਕ ਟੂ ਯੂਜ਼ ਦਾ ਟਰਮ ਕੀ ਆਪਾਂ ਇਹਨੂੰ ਪੰਜਾਬੀ ਹਿੰਦੀ ਚ ਕਹਿ ਸਕਦੇ ਇੱਕ ਵਰਨੈਕੂਲਰਾਈਜੇਸ਼ਨ ਆਫ ਪਾਰਲੀਮੈਂਟ ਹੋਈ ਹੈ। ਤੁਸੀਂ ਦੇਖੋ ਨਾ ਉਹਦੇ 'ਚ ਕੋਈ DMK 60s ਦੇ ਵਿੱਚ ਆਪਣੇ ਕੋਈ ਬੋਲੀ ਦਾ ਭਾਸ਼ਾ ਦਾ ਸਵਾਲ ਲੈ ਕੇ ਆਈ ਹੈ, ਵੱਖ-ਵੱਖ ਬੋਲੀਆਂ ਵਾਲੇ ਲੋਕ ਆਏ ਨੇ, ਫਿਰ ਵੱਖ-ਵੱਖ ਸੋਸ਼ਲ ਸਟੇਟਾਂ ਵਾਲੇ ਲੋਕ ਆਏ ਨੇ। ਫਿਰ ਜਿਹੜਾ ਆਸ਼ੂਤੋਸ਼ ਜੀ ਦਾ ਫੇਵਰਟ ਸਬਜੈਕਟ ਹੈ ਤੁਹਾਡੇ ਦੋਨਾਂ ਦਾ ਮੰਡਲ ਰਿਪੋਰਟ ਵਾਲਾ 89 ਵਾਲਾ, ਫਿਰ ਉਹ ਅਲੱਗ ਕਿਸਮ ਦੀਆਂ ਸੋਸ਼ਲ ਫੋਰਸਿਸ ਨੂੰ ਲੈ ਕੇ ਆਇਆ। ਤਾਂ ਇਵੈਂਚੁਅਲੀ ਪਾਰਲੀਮੈਂਟ ਜਿਹੜੀ ਹੈ ਇਹ ਮੋਰ ਐਂਡ ਮੋਰ ਰਿਪਰੈਜ਼ੈਂਟੇਟਿਵ ਹੁੰਦੀ ਗਈ ਹੈ। ਬਿਲਕੁਲ। ਤੇ ਹੁਣ ਜਿਹੜੀ ਉਹ ਮੋਰ ਵਾਲੀ ਤੇ ਲੋਟਸ ਵਾਲੀ ਜਿਹੜੀ ਉਹਨੇ ਨਵੀਂ ਪਾਰਲੀਮੈਂਟ ਹੋਵੇਗੀ, ਇਹ ਕਿੰਨੀ ਕੁ ਰਿਪਰੈਜ਼ੈਂਟੇਸ਼ਨਲ ਹੋਵੇਗੀ, ਕਿੰਨੀ ਕੁ ਰਿਪਰੈਜ਼ੈਂਟੇਟਿਵ ਹੋਵੇਗੀ, ਤੇ ਇਹਦੀ ਇਹ ਬੈਟਰ ਪ੍ਰਤੀਨਿਧਤਾ ਕਿਵੇਂ ਕਰੇ, ਉਹ ਡਿਬੇਟ ਜਿਹੜਾ ਉਹ ਕਿਉਂ ਮਿਸਿੰਗ ਆ? ਨਹੀਂ ਦੇਖੋ ਇਦਾਂ ਹੈਗਾ ਕਿ ਜਿਹੜੀ ਪਹਿਲਾਂ ਡਿਬੇਟ ਸੀਗੀ ਨੋ ਡਾਊਟ ਉਹਦੇ ਵਿੱਚ ਸਾਰੇ ਲਾਇਰ ਸੀਗੇ। ਈਵਨ ਕਨਸਟੀਟਿਊਸ਼ਨ ਅਸੈਂਬਲੀ ਵਿੱਚ ਵੀ ਇਹ ਕਿਹਾ ਜਾਂਦਾ ਵਕੀਲ ਭਰਤੀ ਇਟ ਵਾਸ ਲਾਇਰਸ ਪੈਰਾਡਾਈਸ ਦੈਟ ਹਾਂ ਸਵਰਗ ਹੈ, ਸਵਰਗ ਹੈ। ਲੇਕਿਨ ਉਹਦੇ ਨਾਲ ਇੱਕ ਹੋਰ ਚੀਜ਼ ਐਡਿਟ ਸੀਗੀ, ਉਹ ਸੀਗੀ ਕਿ ਫਰੀडम ਮੂਵਮੈਂਟ ਦੇ ਵਿੱਚੋਂ ਨਿਕਲੇ ਹੋਏ ਸੀ। ਬਿਲਕੁਲ ਉਹ ਡਿਵੋਸ਼ਨ ਸੀਗੀ। ਉਹ ਜੋ ਉਹਨਾਂ ਨੇ ਉਸ ਵੇਲੇ ਬਿਆਨ ਕੀਤੇ, ਜੋ ਕੁਝ ਉੱਥੇ ਬਹਿਸਾਂ ਕੀਤੀਆਂ, ਉਹ ਬਹਿਸਾਂ ਜਿਹੜੀ ਸੀਗਾ ਸਾਡੇ ਵਾਸਤੇ ਆਉਣ ਵਾਲੇ ਦਿਨਾਂ ਵਾਸਤੇ ਇੱਕ ਮਾਰਗਦਰਸ਼ਕ ਸੀਗਾ। ਅੱਜ ਉਹ ਚੀਜ਼ ਜਿਹੜੀ ਹੈਗੀ ਉਹ ਮਿਸਿੰਗ ਹੈ, ਨੰਬਰ 1। ਦੂਸਰੀ, ਉਸ ਵੇਲੇ ਪਾਰਲੀਮੈਂਟਰੀ ਪ੍ਰੈਕਟਿਸਿਸ ਦੀ ਸਕਰਟਿੰਗ ਨਹੀਂ ਹੁੰਦੀ ਸੀਗੀ, ਯਾਨੀ ਕਿ ਇੱਧਰ ਉਧਰੋਂ ਨਹੀਂ ਕੱਢਦੇ। ਮੈਂ ਤੁਹਾਨੂੰ 2-4 ਐਗਜ਼ਾਮਪਲਸ ਦਿੰਦਾ। ਫੋਰ ਐਗਜ਼ਾਮਪਲ, ਉਸ ਵੇਲੇ ਰੂਲਿੰਗ ਪਾਰਟੀ ਪਾਰਲੀਮੈਂਟ ਦੀਆਂ ਪ੍ਰੋਸੀਡਿੰਗ ਨੂੰ ਸਟਾਲ ਨਹੀਂ ਕਰਦੀ ਸੀਗੀ, ਜਿਹੜੇ ਕਿ ਅੱਜ ਹੋ ਰਹੀਆਂ। ਹੁਣ ਤਾਂ ਰੂਲਿੰਗ ਪਾਰਟੀ ਕਹਿੰਦੀ ਅਸੀਂ ਚੱਲਣ ਨਹੀਂ ਦੇਣੀ, ਸੱਤਾਧਾਰੀ ਧਿਰ ਕਹਿੰਦੀ ਨਹੀਂ ਚੱਲਣ ਦੇਣੀ ਪਾਰਲੀਮੈਂਟ। ਤੁਸੀਂ ਇਹ ਦੇਖੋ, ਉਸ ਵੇਲੇ ਇਹ ਨਹੀਂ ਸੀਗਾ ਕਿ ਆਪੋਜੀਸ਼ਨ ਪਾਰਟੀ ਮੰਗੇ ਡਿਵੀਜ਼ਨ ਤੇ ਅਸੀਂ ਕਹਿੰਦੇ ਫਾਰਮੂਲਾਸ ਦੇ ਵਿੱਚ ਜਿਵੇਂ ਕਿ ਡਿਵੀਜ਼ਨ ਨੇ ਅਸੀਂ ਕਰਨੀ, ਲਓ ਜੀ ਪਾਸ ਹੈ ਜੀ ਪਾਸ। ਇਹ ਆਪਾਂ ਦਰਸ਼ਕਾਂ ਨੂੰ ਇਹ ਦੱਸ ਦਈਏ ਕਿ ਕਾਨੂੰਨ ਇਹ ਹੈ, ਰੂਲ ਇਹ ਹੈ ਕਿ ਜੇ ਇੱਕ ਵੀ ਸਿੰਗਲ MP ਆਪਣੀ ਸੀਟ ਤੇ ਬੈਠ ਕੇ ਚਿੱਲਾ ਕੇ ਕਹਿੰਦਾ ਡਿਵੀਜ਼ਨ ਬਸ ਯੈਸ, ਤਾਂ ਵੋਟਾਂ ਪਾਉਣੇ ਪੈਣਗੀਆਂ, ਸਪੀਕਰ ਨੂੰ ਗੈਲਰੀਜ਼ ਖਾਲੀ ਕਰਾਉਣੀਆਂ ਪੈਣਗੀਆਂ, ਦਰਵਾਜ਼ੇ ਬੰਦ ਹੋਣਗੇ, ਪੂਰਾ ਵੋਟਿੰਗ ਦਾ ਪ੍ਰੋਸੀਜਰ ਹੋਏਗਾ। ਭਾਵੇਂ ਇੱਕ ਪਾਸੇ ਹੋਣ 270 ਲੋਕ ਤੇ ਦੂਜੇ ਪਾਸੇ ਹੋਣ 4 ਲੋਕ, ਤਾਂ ਵੀ ਸਭ ਨੂੰ ਵੋਟ ਕਾਸਟ ਕਰਨੀ ਪਵੇਗੀ। ਇਹਦਾ ਕੋਈ ਕਿਸੇ ਕਿਸਮ ਦਾ ਇਹਦੇ ਸਕਰਟ ਅਰਾਊਂਡ ਨਹੀਂ ਹੈ। ਉਹ ਨਹੀਂ, ਪਰ ਹੁਣ ਉਹ ਸ਼ਰੇਆਮ ਹੀ ਦੇਖੋ ਆਪੋਜੀਸ਼ਨ ਪੰਜਾਬ ਵਾਲਿਆਂ ਨੂੰ ਤਾਂ ਇਹ ਪਤਾ ਨਾ ਵੀ ਜਿਹੜੇ 3 ਖੇਤੀ ਬਿੱਲ ਸੀਗੇ ਇਹ ਰਾਜ ਸਭਾ ਚ ਲੋਕ ਚੀਕਦੇ ਰਹਿ ਗਏ ਆਪਣੀਆਂ ਸੀਟਾਂ ਤੋਂ, ਡਿਵੀਜ਼ਨ ਨਹੀਂ ਕਰਾਈ, ਕੱਲੇ ਆਵਾਜ਼ ਦੀ ਵੋਟ ਵਾਲੀ। ਮੈਂ ਹੋਰ ਇਹ ਹੁਣ ਗੋਲੀ ਮਾਰ ਕੇ ਇਦਾਂ ਕਰਦੇ ਸੀ, ਤਿਕੋਨੀ ਚ ਤਾਂ ਨਹੀਂ ਇਦਾਂ ਕਰਨਗੇ। ਹੋਰ ਐਗਜ਼ਾਮਪਲ ਦੇਣਾ, ਇੱਕ ਹੋਰ ਐਗਜ਼ਾਮਪਲ ਨਹੀਂ ਹੋ ਸਕਦਾ ਤਿਕੋਨੀ। ਰੀਸੈਂਟਲੀ ਕੀ ਹੋਇਆ, 2021 ਦਾ ਇੱਕ MP ਸੀਗਾ, MP ਤੋਂ ਰਿਜ਼ਾਈਨ ਕਰਵਾਇਆ, 2021 ਦਾ ਵਿਧਾਨ ਸਭਾ ਦਾ ਇਲੈਕਸ਼ਨ ਲੜਵਾਇਆ ਵੈਸਟ ਬੰਗਾਲ ਤੋਂ, ਦੁਬਾਰਾ ਫੇਰ ਰੀਨੋਮੀਨੇਟ ਉਸੇ ਪੋਜੀਸ਼ਨ ਤੇ ਕਰਤਾ। ਰਿਮਾਰਕੇਬਲ 3 ਮਹੀਨਿਆਂ ਦੇ ਵਿੱਚ ਆ ਕੇ ਦੁਬਾਰਾ ਫੇਰ MP ਬਣ ਗਿਆ ਵੀ ਭਾਈ ਸਾਹਿਬ ਸਾਡੇ ਕੈਂਡੀਡੇਟ ਬਣ ਕੇ ਗਏ ਨੇ, ਉੱਥੋਂ ਹਾਰ ਕੇ ਆਏ ਨੇ, ਹੁਣ ਦੁਬਾਰਾ ਅਸੀਂ ਫਿਰ ਉਹਨਾਂ ਨੂੰ ਰਾਜ ਸਭਾ ਨੋਮੀਨੇਟ ਕਰ ਉਸੇ ਸੀਟ ਦੇ ਉੱਪਰ ਨੋਮੀਨੇਟ ਕਰ ਲਿਆ। ਇਸ ਤਰ੍ਹਾਂ ਦੀਆਂ ਜਿਹੜੀਆਂ ਪ੍ਰੈਕਟਿਸਿਸ ਹੈ, ਉਹ ਪ੍ਰੈਕਟਿਸਿਸ ਜਿਹੜੀਆਂ ਹੈਗੀਆਂ, ਉਹ ਤੁਸੀਂ ਬਿਲਡਿੰਗ ਕਿਹੋ ਜਿਹੀ ਮਰਜ਼ੀ ਬਣਾ, ਪੁਰਾਣੀਆਂ ਗੱਲਾਂ ਨੇ, ਗੋਲ ਇਮਾਰਤ ਦੀਆਂ ਗੱਲਾਂ ਨੇ, ਤਿਕੋਨੀ ਚ ਸ਼ਾਇਦ ਨਹੀਂ ਹੋਣਗੀਆਂ। ਤੁਸੀਂ ਉਹਦੇ ਵਿੱਚ ਹੋਰ ਉਹਦੇ ਪਤਾ ਨਹੀਂ ਹੋਰ ਜ਼ਿਆਦਾ ਕੀ ਡੈਟੀਰੀਓਰੇਸ਼ਨ ਹੋਏਗੀ। ਜਿਸ ਤਰੀਕੇ ਦੇ ਨਾਲ ਆਪਾਂ ਚੱਲ ਰਹੇ ਹਾਂ ਉਹਦੇ ਮੁਤਾਬਕ ਤਾਂ ਇਦਾਂ ਲੱਗਦਾ ਹੈਗਾ ਕਿ ਸਿਚੁਏਸ਼ਨ ਜਿਹੜੀ ਹੈ ਗੋਲ ਇਮਾਰਤ ਵਿੱਚ ਨੋਟਾਂ ਦੀਆਂ ਵੱਡੀਆਂ ਵੱਡੀਆਂ ਦਥੀਆਂ ਲੈ ਕੇ ਲਹਿਰਾਈਆਂ ਗਈਆਂ ਸੀ, ਯਾਦ ਹੈ 2008 ਦੀ ਨੋ ਕੌਨਫੀਡੈਂਸ ਵੋਟ ਵੇਲੇ। ਤਿਕੋਨੀ ਇਮਾਰਤ ਤੇ ਆਂਦਿਆਂ ਆਪਾਂ ਥੋੜੇ ਜੇ ਇੰਪਰੂਵ ਕਰ ਗਏ ਹਾਂ, ਸਾਡੀ ਰਾਜਨੀਤੀ ਇੰਨੀ ਕੁ ਅੱਛੀ ਹੋ ਗਈ ਹੈ ਕਿ ਡੈਮੋਕ੍ਰੇਸੀ ਇੰਨੀ ਬੈਟਰ ਹੋ ਗਈ ਹੈ ਕਿ ਹੁਣ ਨੋਟਾਂ ਦੀਆਂ ਜਿਹੜੀਆਂ ਦਥੀਆਂ ਨੇ ਉਹ ਪਾਰਲੀਮੈਂਟ 'ਚ ਨਹੀਂ ਆਉਣਗੀਆਂ, ਇਹਦੀ ਗਰੰਟੀ ਹੈ। ਇਹ ਨੋਟਾਂ ਦਾ ਕੀ ਰੋਲ ਹੈ ਉਹਦੇ ਵਿੱਚ? ਮੈਂ ਨੋਟਾਂ ਦੇ ਰੋਲ ਤੇ ਬਾਅਦ ਚਾਹਨਾ, ਨੋਟਾਂ ਦਾ ਕੀ ਰੋਲ ਹੈ ਪਾਰਲੀਮੈਂਟਰੀ ਡੈਮੋਕ੍ਰੇਸੀ ਦੇ ਵਿੱਚ? ਕਿਉਂਕਿ ਇਲੈਕਸ਼ਨਾਂ ਜਿਨ੍ਹਾਂ ਨੇ ਉੱਥੇ ਆਉਣਾ ਉਹ ਤੇ ਇੰਨੇ ਨੋਟ ਖਰਚ ਕੇ ਆਉਂਦੀਆਂ ਨੇ। ਮੈਂ ਇਨਫੈਕਟ ਪੜ੍ਹ ਰਿਹਾ ਸੀ ਉਹ ਜਿਹੜੀ ਸੁਭਾਸ਼ ਕਸ਼ਯਪ ਹੋਰਾਂ ਦੀ ਹੈਗੀ ਨਾ 6 ਵਾਲੀਅਮ ਹਿਸਟਰੀ ਆਫ ਪਾਰਲੀਮੈਂਟ ਦੇ ਵਿੱਚ,
ਉਹਦੇ 'ਚ ਉਹਨਾਂ ਨੇ ਲਿਖਿਆ ਹੈ, ਇਫ ਆਈ ਰਿਮੈਂਬਰ ਇਟ ਕਰੈਕਟਲੀ, ਕਿ 9ਵੀਂ ਪਾਰਲੀਮੈਂਟ ਤੱਕ ਇੱਕ ਸਿੰਗਲ ਬਿਜ਼ਨਸਮੈਨ ਵੀ ਨਹੀਂ ਸੀਗਾ। ਅੱਜ ਦੀ ਡੇਟ ਦੇ ਵਿੱਚ ਨੀਅਰਲੀ 30% ਨੇ ਆਪਣੇ ਆਪ ਨੂੰ ਜਿਹੜਾ ਸੈਕਟਰੀ ਨੂੰ ਦੱਸਿਆ ਉਹ ਬਿਜ਼ਨਸਮੈਨ ਦੱਸਿਆ ਹੋਇਆ। नो ਹਾਂ ਜਿਹੜੇ ਬਾਕੀ ਦੇ ਹੈ ਵੀ ਉਹ ਬਿਜ਼ਨਸਮੈਨ ਨਹੀਂ ਵੀ ਹੈ ਤਾਂ ਬਿਜ਼ਨਸਮੈਨ ਕੰਟਰੋਲਡ ਹੈ। ਚਲੋ ਉਹ ਤੇ ਕੋਈ ਨਹੀਂ ਹੋ ਸਕਦਾ ਨਾ ਆਇਆ ਕਰਨ, ਨਹੀਂ, ਤੁਸੀਂ ਉਹ ਤਾਂ ਤਾਂ ਬਿਲਕੁਲ ਪਹਿਲੇ ਵੀ ਉਮੀਦ था, ਛੱਡੀ वो तो पहले भी था, ਬੈਠੇ। ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਵੀ 37-38% ਬਿਜ਼ਨਸਮੈਨ ਨੇ ਰੀਸੈਂਟਲੀ ਉਹਨਾਂ ਦੇ ਨਹੀਂ, ਅਸੀਂ ਉਹਦਾ comparison दो नहीं तीन कर चीजें ਆਪਾਂ ਉਹਦਾ ਵੀ ਕਰਾਂਗੇ, ਉਹਨਾਂ ਦੀ ਵੀ ਬਿਲਡਿੰਗ ਦੇਖ ਲੈਣ ਆਪਾਂ ਹੁਣੇ ਜੀ। 2-3 चीजें क्लियर कट, जैसे एक तो आपने बिल्कुल सही कहा कि पैसे वैसे वाली बात करें, बड़ी इंपॉर्टेंट बात है। मैं उस पर भी आऊंगा। जी। पहले तो पार्लियामेंट मोर रिप्रेजेंटेटिव हो रही है, जैसा आपने कहा। ज्यादा रिप्रेजेंटेटिव इसमें तो हो रही है। जाफर लो आप पढ़े, या जैसे ओबीसी समाज है, हाँ, वो बिल्कुल। 5% से 25% से ऊपर हो गया। बिल्कुल बिल्कुल। तो ये चीजें तो हुई हैं। औरतों की भी रिप्रेजेंटेशन बढ़ी है। अभी अभी जो अभी 17th लोकसभा है, सबसे ज्यादा रिप्रेजेंटेशन है। मैं दिल नहीं तोड़ना चाहता आपका, सिर्फ इतना बता दूं कि पाकिस्तान की पार्लियामेंट में हमसे ज्यादा परसेंटेज है औरतों। बांग्लादेश में भी 18% के आसपास है, लेकिन 17-18 के इंडिया, आसपास। हाँ, इंडिया में फिर भी बढ़ रही है, रिप्रेजेंटेटिव हो रहा है। दूसरी बात की जो आपने स्पीकर की बात करी, तो इस समय स्पीकर का खास पोजीशन बात है। बहुत स्पीकर के रोल बहुत पे गल करो, important। in fact, हाँ, हाँ। स्पीकर का रोल बड़ा इंपॉर्टेंट होता है, हाँ। क्योंकि स्पीकर इज द मास्टर ऑफ द हाउस। बिल्कुल। अभी हम देखते, एक जमाने में मावलंकर साहब होते थे, जीवी अरे, मावलंकर अरे, होते थे, मतलब एक पवित्र वो नाम ले समय लिया था। अब की जो स्पीकर है, वो उनकी वो जो पकड़ होती है ना, वो नहीं है। अब देखिए जो एंटी पकड़ डिफेक्शन नहीं है, ਉਹ ਕਹਿੰਦੇ ਪਕੜ ਹੈ ਹੀ ਬੜੀ, ਉਹ ਕਹਿੰਦੇ ਬੋਲਣ ਹੀ ਨਹੀਂ ਦੇਣਾ ਕਿਸੇ ਨੂੰ। ਉਹਨੇ वो स्टूज बन के सामने आ गए ਤੁਸੀਂ ना। ਮਲਕਰਜੁਨ ਖੜਗੇ ਦੀ ਲੀਡਰ ਆਫ ਆਪੋਜੀਸ਼ਨ ਤੇ ਕਾਂਗਰਸ ਦੇ ਪ੍ਰੈਜ਼ੀਡੈਂਟ ਦੀ ਸਪੀਚ ਦੇ ਵਿੱਚੋਂ 6 ਵਾਰੀ ਐਕਸਪੰਜ ਕਰ कर दिया, हाँ। पूरी स्पीच भी एक्सपंज कर तो देते उनकी हो। इम्पार्शियलिटी पे अब भरोसा नहीं है लोगों को, ये बहुत बड़ी चीज़ है। दूसरी बात आपने कहा ना, जैसे राज्यसभा एक बहुत ही इम्पोर्टेंट चैम्बर है, जिसमें राज्यों की मतलब होनी चाहिए, बिल्कुल। पर लेकिन आप देखें तो अभी क्या हो रहा है, डोमिसाइल इशू जैसे कुलदीप नैयर वाला इशू है कि हाँ, भाई आप कुलदीप नैयर तो सुप्रीम कोर्ट से legacy केस। किसी भी राज्य से आप जाकर वहाँ पहुँच जाते हो। फिर आप देखो तो 1/4 मेंबर ऐसे हैं राज्यसभा में जो कि लोकसभा का चुनाव हार के वहाँ आते हैं, तो एक तरह से रिफ्यूज बन गया है। बहुत सारे आप देखोगे, बुरा ना लगे पंजाबियों ਨੂੰ, ਡਾਕਟਰ ਮਨਮੋਹਨ ਸਿੰਘ ਜੀ ਇੱਕ ਕਾਗਜ਼ ਦੇ ਉੱਤੇ ਲਿਖ ਕੇ 2 ਵਾਰੀ ਸਾਈਨ ਕਰਦੇ ਸੀ ਨਾ, ਐਫੀਡੇਵਿਟ ਦੇਣਾ ਪੈਂਦਾ ਸੀ ਕਿ ਮੈਂ ਆਮ ਤੌਰ ਦੇ ਉੱਤੇ आसाम में रहते ਹਾਊਸ ਨੰਬਰ 1 ਹਿਤੇਸ਼ਵਰ ਸੈਕੀਆ ਰੋਡ ਗੁਹਾਟੀ ਦਾ ਵਸਨੀਕ ਹਾਂ ਤੇ ਸਦਾ ਤੋਂ ਇੱਥੇ ਹੀ ਰਹਿੰਦਾ ਹਾਂ, ਤਾਂ ਹੀ ਰਾਜ ਸਭਾ ਦੇ ਐਮਪੀ ਬਣਦੇ ਸੀਗੇ। हाँ बन रहे थे। वो कुलदीप नैयर केस था, हाईके नहीं, सुप्रीम कोर्ट ने कहा। गुजराल जी जाके आपकी स्टेट में बिहार में से कहीं- बन रहे कहीं थे, से बन रहे थे। ਦੇਖੋ ਮੈਂਬਰ ਪਾਰਲੀਮੈਂਟ ਬਣ ਮੈਂ ਰਹੇ ਸੀ। ਦੇਖੋ ਹਾਂ। ਇੱਥੇ ਰਾਜ ਸਭਾ ਦੀ ਸਿਚੁਏਸ਼ਨ ਕੀ ਕੀਤੀ ਹੈ। ਜਿਹੜੀ ਇਹ ਸਰਕਾਰ ਮੈਂ ਤਾਂ ਸੀਟਾਂ ਦੇ ਵਿਕਣ ਦੀ ਵੀ ਬੜੀ ਗੱਲ ਸੁਣੀ ਹੈ, ਪਰ ਮੈਂ ਅੱਜ ਨਹੀਂ ਕਰਨਾ ਚਾਹ ਰਿਹਾ ਜੀ। ਜਿਹੜੇ ਨਾਨ ਮਨੀ ਬਿੱਲ ਹੈ, ਹਾਂ ਉਹਨੂੰ ਮਨੀ ਬਿੱਲ ਦੇ ਵਿੱਚ ਹਾਂ, ਲਿਆ ਇਹ ਕੇ ਇੱਕ- ਤਾਂ ਇਹ- ਕਿ ਇਹ ਨਵੀਂ ਲਾ ਕਮਾਲ ਕੇ ਦੀ ਗੱਲ ਦੇਖੋ ਹੈ। ਕਮਾਲ ਦੀ ਗੱਲ ਇਹ ਹੈ। आधार बिल ਨਹੀਂ, में, ਮੈਂ हाँ, ਦੱਸਦਾ FCR ਕਮਾਲ ਦੀ ਗੱਲ ਇਹ ਹੈ ਕਿਉਂ, ਕਿਉਂਕਿ ਰਾਜ ਸਭਾ 'ਚ ਮੇਰੀ ਮੈਜੋਰਟੀ ਨਹੀਂ ਹੈ। ਉੱਥੇ ਅਗਰ ਮੈਜੋਰਟੀ ਕ੍ਰੀਏਟ ਵੀ ਕਰਨੀ ਪਊਗੀ, ਮਿੰਤਾ ਕਰਨੀਆਂ ਪੈਣਗੀਆਂ। ਹਾਂ, ਮਨੀ ਬਿੱਲ ਤੇ ਰਾਜ ਸਭਾ ਵੋਟ ਨਹੀਂ ਪਾ ਸਕਦੀ, ਉੱਥੇ ਵੋਟ ਨਹੀਂ 15 ਦਿਨਾਂ ਵਿੱਚ ਪਾਸ ਹੈ। ਉੱਥੇ ਰਾਜ ਸਭਾ 'ਚ ਬੀਜੇਪੀ ਦੀ ਮੈਜੋਰਿਟੀ ਨਹੀਂ ਉੱਥੇ- ਹੈ, ਹਾਂ, तो ਇਸ ਲਈ फिर- ਕਿਸੇ भी बिल ਨੂੰ ਕਹਿ ਦੋ ਇਹ ਮਨੀ ਬਿੱਲ ਇਹ ਮਨੀ ਬਿੱਲ ਹੈ ਜੀ। तो यहाँ पे मनी फिर बिल है, स्पीकर का पास रोल आ करो। जाता है ना, क्योंकि स्पीकर सर्टिफाई करता है। स्पीकर अगर कहता है स्पीकर मनी बिल है। अगर स्पीकर इम्पार्शियल हो, हाँ। अगर स्पीकर अपना दिमाग लगा है, Exactly। तो फिर नहीं होगा ऐसा। ਸਪੀਕਰ ਦਾ ਰੋਲ ਇੱਥੇ ਆ ਜਾਂਦਾ ਹੈ ਨਾ। ਹਾਂ, ਇੱਥੇ ਆ ਕਿ ਜਾਂਦਾ। ਹਾਂ, ਦੇਖੋ ਇਹ ਟੈਸਟ ਤਾਂ speaker ਪਹਿਲਾਂ ਹੀ ਆ ਕਿਸ ਜਾਣਾ, ਤਰੀਕੇ ਦੇ ਨਾਲ ਰੋਲ ਪਲੇ ਗੋਲ ਇਮਾਰਤ ਵਿੱਚ ਜੇਪੀਸੀਆਂ ਬਣ ਜਾਂਦੀਆਂ ਸੀ। ਬੋਫੋਰਸ ਵਾਲੀ ਪਹਿਲੀ ਸੀ, ਉਸ ਤੋਂ ਪਹਿਲਾਂ ਤਾਂ ਕੋਈ ਜੇਪੀਸੀ ਨਹੀਂ, ਫਰਸਟ ਨਹੀਂ। ਬੋਫੋਰਸ ਵਾਲੀ ਹੈ ਹਾਂ। ਤੇ ਉਸ ਤੋਂ ਬਾਅਦ ਬਣੀ 2G ਸਕੈਮ ਵਾਲੀ ਬਣੀ ਜੇਪੀਸੀ, ਤੇ ਤਿਕੋਨੀ ਚ ਹੋ ਸਕਦਾ ਹੈ ਹਿੰਡਨਬਰਗ ਵਾਲੀ ਬਣ ਜਾਏਗੀ। हर्षद मेहता तो भी बनी थी शायद, ਉਹ ਜੇਪੀਸੀ, ਹਾਂ ਉਹ ਜੇਪੀਸੀ ਸੀਗੀ शायद जेपीसी। नहीं, वो देखिए उस पे यहाँ पे आइए कि क्या पार्लियामेंट्री कमेटीज अपना काम कर रही हैं। आज क्या होता है पार्लियामेंट्री कमेटीज में जब आप होते हैं ना एसपी जी, तो आपको नॉन पार्टीजन होना है, आपको बिल्कुल ही तो और कोई कैमरे नहीं लग- होते कोई कैमरे नहीं लगे, कोई कॉन्फिडेंशियलिटी देख नहीं रखनी रहा, है। बिल्कुल। आज क्या हो रहा है, वहां जाते हैं लोग, अपनी पार्टी का स्टैंड ले लेते हैं, बाहर निकलते हैं, सब बात बताते रहते हैं, उसने ये कहा, उसने ये कहा। ਇਹ ਗੱਲ ਥੋੜੀ ਜੀ ਆਪਾਂ ਕਲੀਅਰ ਕਰ ਦਈਏ। ਦੇਖੋ ਇੱਕ ਹੈ ਪਾਰਲੀਮੈਂਟ ਤੇ ਇੱਕ ਹੈਗੀਆਂ ਪਾਰਲੀਮੈਂਟਰੀ ਕਮੇਟੀਜ਼, स्टैंडिंग कमेटी होती है, डॉग कमेटी होती है। ਸਟੈਂਡਿੰਗ ਕਮੇਟੀਜ਼ ਨੇ, ਡਿਪਾਰਟਮੈਂਟਲ ਕਮੇਟੀਜ਼ ਨੇ। ਹੁੰਦਾ ਇਸ ਤਰ੍ਹਾਂ ਹੈ ਕਿ ਦੇਖੋ ਪਾਰਲੀਮੈਂਟ ਦੇ ਵਿੱਚ ਤਾਂ ਲੱਗੇ ਨੇ ਹੁਣ ਕੈਮਰੇ ਤੇ ਸਾਰੀ ਕਾਰਵਾਈ ਆਂਦੀ ਹੈ ਸਾਹਮਣੇ, ਸੋ ਉੱਥੇ ਉਸ ਤਰੀਕੇ ਨਾਲ ਬਿਹੇਵ ਕਰਦੇ ਨੇ ਐਮਪੀ ਵੀ, ਭਾਈ ਮੈਨੂੰ ਮੇਰੇ ਇਲਾਕੇ ਦੇ ਕਨਸਟੀਟੂਐਂਟਸ ਦੇਖ ਰਹੇ ਨੇ ਤੇ ਮੈਂ ਫੁੱਲ ਨੰਬਰ ਬਣਾਣੇ ਨੂੰ, ਤੁਸੀਂ ਸ਼ਾਊਟ ਵੀ ਕਰਦੇ ਹੋ, ਰੌਲਾ ਵੀ ਪਾਉਂਦੇ ਹੋ, ਸਭ ਕੁਝ ਕਰਦੇ ਹੋ।
ਪਾਰਲੀਮੈਂਟਰੀ ਕਮੇਟੀ ਦੇ ਵਿੱਚ ਦੋਨੋਂ ਧਿਰਾਂ ਆਪਸ ਵਿੱਚ ਬੈਠ ਕੇ ਬੜੀ ਬਰੀਕੀ ਨਾਲ ਕਾਨੂੰਨ ਨੂੰ ਪੜ੍ਹ ਰਹੀਆਂ ਨੇ, ਬਰੀਕ ਕਲੌਜ਼ਸ ਦੇਖ ਰਹੀਆਂ ਨੇ ਕਿ ਇਹਦਾ ਕੀ ਇੰਪੈਕਟ ਹੋਏਗਾ, ਕੀ ਰੈਮੀਫਿਕੇਸ਼ਨ ਹੋਏਗਾ। ਬਲਕਿ ਜਿਹੜੇ ਕਾਨੂੰਨ ਪਾਰਲੀਮੈਂਟ 'ਚ ਪਾਸ ਵੀ ਹੋ ਜਾਂਦੇ ਨੇ ਉਹ ਵੀ ਤੁਸੀਂ ਸਕਰੂਟਨੀ ਕਮੇਟੀ ਨੂੰ ਭੇਜ ਦਿੰਦੇ ਹੋ, ਪਾਰਲੀਮੈਂਟਰੀ ਕਮੇਟੀ ਨੂੰ ਭੇਜ ਦਿੰਦੇ ਹੋ। ਐਕਸਪਰਟਸ ਨੂੰ ਉੱਥੇ ਕਿਸੇ ਵੀ ਐਕਸਪਰਟ ਨੂੰ ਉੱਥੇ ਬੁਲਾਇਆ ਜਾ ਸਕਦਾ, ਉੱਥੇ ਤੁਹਾਨੂੰ ਬੁਲਾਇਆ ਜਾ ਸਕਦਾ ਕਿ ਇਲੈਕਸ਼ਨ ਬਾਰੇ ਇਹ ਕਾਨੂੰਨ ਹੈ, ਇਹਦੇ ਤੇ ਸਾਨੂੰ ਸਲਾਹ ਚਾਹੀਦੀ ਹੈ। ਲੋਕਾਂ ਦਾ ਓਪੀਨੀਅਨ ਲੈਂਦੇ ਲੋਕਾਂ ਦਾ ਓਪੀਨੀਅਨ ਲਿਆ ਐਕਚੁਅਲੀ ਲੋਕ ਕਹਿੰਦੇ ਨੇ ਕਿ ਪਾਰਲੀਮੈਂਟ ਇਜ਼ ਬੇਸਿਕਲੀ शो पीस, रियल पार्लियामेंट्री वर्क कमेटियां देखिए ना एसपी जी, तो जब कमेटियां का कांड किया जाए, जब हम पढ़ते थे ना तो हम पढ़ते थे फर्स्ट रीडिंग, सेकेंड रीडिंग, थर्ड रीडिंग, है ना? तो सेकेंड रीडिंग मेन होता था, उसमें बहस होती थी और फिर वो होता था कि जेपीसी को भेजा जाए कि नहीं जाया जाए। आज क्या हो रहा है कि 2-2 मिनट में बिल पास हो रहे हैं। आपने देखा होगा इम्पोर्टेंट कॉन्स्टिट्यूशनल अमेंडमेंट बिल, कॉन्स्टिट्यूशनल अमेंडमेंट बिल, कंट्री का बजट जो है वो 15 मिनट में पास हो रहा है। 45 लाख करोड़ 45 लाख करोड़ ਦਾ ਦੇਸ਼ ਦਾ ਬਜਟ ਵਿਦਆਊਟ ਡਿਸਕਸ਼ਨ ਪਾਸ ਹੋ ਬਿਨਾ ਬਹਿਸ ਤੋਂ ਪਰ ਇਹ ਆਪਾਂ ਨੂੰ ਯਾਦ ਨਹੀਂ ਰਿਹਾ, ਉਹ ਗੋਲ ਇਮਾਰਤ ਚ ਪਾਸ ਹੋਇਆ ਸੀਗਾ। ਹੁਣ ਤਿਕੋਨੀ ਹੋ ਗਈ ਆ, ਹੁਣ ਸ਼ਾਇਦ ਨਾ ऑर्डिनेंस की भी बात करिए ना, ऑर्डिनेंस की बात करिए, ऑर्डिनेंस राज ਕੋਈ ਚੰਗੀ ਜੀ ਗੱਲ, ਟਾਈਮ ਖਤਮ ਹੋਣ ਵਾਲਾ ਇਸ ਤੇ ਕੋਈ ਚੰਗੀ ਗੱਲ ਦੱਸੋ। ਆਰਡੀਨੈਂਸ ਕੀ ਹੋਏਗਾ ਹੁਣ ਇਹਦੇ ਚ? ਆਰਡੀਨੈਂਸ ਦੀ ਇਸ਼ੂ ਹੋਇਆ ਕਰਨਗੇ। ਆਰਡੀਨੈਂਸ ਕਿਸੇ ਵਾਸਤੇ ਚੰਗੀ ਗੱਲ ਹੈ, ਕਿਸੇ ਵਾਸਤੇ ਨਹੀਂ ਹੈ। ਹਾਂ ਚੰਗੀ ਵੀ ਬੜਿਆਂ ਲਈ ਆ, ਇਹ ਵੀ ਤਾਂ ਦੇਖੋ ਨਾ, ਚੰਗੀ ਵੀ ਬੜਿਆਂ ਕੋਈ ਤਾਂ ਕਹਿੰਦਾ ਅਸੀਂ ਆਰਡੀਨੈਂਸ ਦੇ ਥਰੂ ਹੀ ਰਾਜ ਚਲਾਉਣਾ ਹੈ ਨਹੀਂ, ਕੋਈ ਕਹਿੰਦਾ ਵੀ ਆਰਡੀਨੈਂਸ ਜਿਹੜਾ ਹੈਗਾ ਇਮਰਾਨ ਖਾਨ ਦੀ, ਨਰਿੰਦਰ ਮੋਦੀ ਨਾ ਜੀ ਨਾ, ਮੈਂ ਤਾਂ ਦੋਨੋਂ ਹੀ ਇਹੀ ਕਹਿੰਦੇ ਨੇ ਨਾ, ਉਹ ਵੀ ਆਰਡੀਨੈਂਸ ਦੇ ਥਰੂ ਹੀ ਚਲਾ ਰਹੇ ਸੀ। लालू जी का भी चलता था। परसों ही कुछ दिन पहले तो ये दिल्ली सरकार के बारे में ऑर्डिनेंस हुआ है, यानी आपने पलट दिया सुप्रीम कोर्ट का कॉन्स्टिट्यूशनल बेंच का डिसीजन। ये थोड़ा अनप्रेसिडेंटेड है, ऐसा होता नहीं था। इन्होंने ऑर्डिनेंस जारी कर, ऐसा होता नहीं था पहले, नहीं होता। मैं होली जी कहूं तो कान च नई चीजें हो रही हैं, शाहबानो कहां नहीं होता, नहीं उसमें बिल बनाया, नहीं शाहबानो ने उन्होंने बिल पास किया, पहले ऑर्डिनेंस फिर ऐसा है, मैं इमीडिएटली ऑर्डिनेंस देन बिल। शाहबानो केस को आपने खूब बनाया, हां आज तक बना रहे हो, तो सबरीमाला का क्या हुआ? वो तो फैसला पे, वो भी तो फैसला है ना, वो तो मानना ही नहीं है, बस मानना नहीं है। अभी होना दिल्ली गवर्नमेंट का क्यों है, मानना नहीं है, क्योंकि मेरी हैंकड़ है, मेरे को मेजोरिटी है पार्लियामेंट ਦੇ ਵਿੱਚ, मैं पास करवा लूंगा। जिस ਵੇਲੇ ਸੈਸ਼ਨ ਸ਼ੁਰੂ ਹੋਊਗਾ ਅਸੀਂ ਵਿਡਰਾ ਕਰ ਲਾਂਗੇ, ਉਸ ਦੇ ਬਾਅਦ ਫੇਰ ਚਲਾ ਲਾਂਗੇ। ਇਹ ਸਾਰੀਆਂ ਗੱਲਾਂ ਨੇ ਪੁਰਾਣੀਆਂ 올ਡ ਟ੍ਰੈਡੀਸ਼ਨਸ ਸੀਗੀਆਂ, ਇਹ 올ਡ ਵੈਲਿਊਜ਼ ਸੀਗੀਆਂ। ਸਾਡੇ 'ਚ ਇਹ ਮਾੜੀਆਂ ਚੀਜ਼ਾਂ ਆ ਗਈਆਂ ਸੀਗੀਆਂ 75 ਸਾਲਾਂ ਦੇ ਵਿੱਚ। ਹੁਣ ਦੇਸ਼ ਨਵਾਂ ਅਧਿਆਇ ਸ਼ੁਰੂ ਕਰ ਰਿਹਾ ਹੈ। इंडियन मॉडल ऑफ पार्लियामेंट बन गया है, पार्लियामेंट्री सिस्टम मोर दे कहते हैं ना, इंडियन मॉडल ऑफ फेडरलिज्म, तो इंडियन मॉडल ऑफ पार्लियामेंट्री सिस्टम, इंडियन मॉडल ऑफ पार्लियामेंट्री सिस्टम। ਤੁਸੀਂ ਇਹ ਗੱਲ ਦਾ ਧਿਆਨ ਕਰੋ ਤੇ ਕੋਨੀ ਇਮਾਰਤ ਦੇ ਵਿੱਚ ਅੱਗੇ ਦੇਸ਼ ਕਿਸ ਤਰੀਕੇ ਨਾਲ ਵਧੀਆ ਤਰੀਕੇ ਨਾਲ ਵਧੇਗਾ ਤੇ ਪਾਰਲੀਮੈਂਟਰੀ ਡੈਮੋਕ੍ਰੇਸੀ ਕਿਵੇਂ ਮਜ਼ਬੂਤ ਹੋਵੇਗੀ। ਕੁਝ ਚੰਗੀਆਂ ਗੱਲਾਂ ਕਰਾਂਗੇ ਇਸ ਬ੍ਰੇਕ ਤੋਂ ਬਾਅਦ, ਘੱਟੋ ਘੱਟ ਕੋਸ਼ਿਸ਼ ਰਹੇਗੀ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਵਧਾਈਆਂ ਹੋਏ ਪਹਿਲਾਂ ਤਾਂ ਨਵੀਂ ਪਾਰਲੀਮੈਂਟ ਦੇਸ਼ ਦੀ ਬਹੁਤ ਆਲੀਸ਼ਾਨ ਬਣ ਗਈ ਹੈ ਤਿਕੋਨੀ, ਤੇ ਉਹਦੇ ਬਾਰੇ ਗੱਲ ਕਰ ਰਹੇ ਹਾਂ ਕਿ ਨਵੀਂ ਬਿਲਡਿੰਗ ਦੇ ਵਿੱਚ ਪਾਰਲੀਮੈਂਟਰੀ ਡੈਮੋਕ੍ਰੇਸੀ ਹੁਣ ਕਿਹੜੀਆਂ ਨਵੀਆਂ ਪਿਰਤਾਂ ਪਾਵੇਗੀ। ਕੁਝ ਪੁਰਾਣੀਆਂ ਤੇ ਮਾੜੀਆਂ ਪਿਰਤਾਂ ਦਾ ਜ਼ਿਕਰ ਪਿਛਲੇ 2 ਸੈਗਮੈਂਟਸ ਦੇ ਵਿੱਚ ਪ੍ਰੋਫੈਸਰ ਆਸ਼ੂਤੋਸ਼ ਹਰਾਣੇ ਤੇ ਪ੍ਰੋਫੈਸਰ ਮੁਹੰਮਦ ਖਾਲਿਦ ਜੀ ਨੇ ਕੀਤਾ। ਇਹ ਜਿਹੜੀ ਨਵੀਂ ਬਿਲਡਿੰਗ ਹੈ ਨਾ ਆਸ਼ੂਤੋਸ਼ ਜੀ, ਇਹਦੇ 3 ਤਾਂ ਇਹਦੀਆਂ ਸੈਰੇਮੋਨੀਅਲ ਐਂਟਰੈਂਸਿਸ ਨੇ, ਔਰ ਤੁਸੀਂ ਦੇਖੋ ਉਹਨਾਂ ਦਾ ਨਾਮ ਹੈ, ਇੱਕ ਦਾ ਨਾਮ ਹੈ ਗਿਆਨ, ਇੱਕ ਦਾ ਨਾਮ ਹੈ ਸ਼ਕਤੀ, ਤੀਜੀ ਦਾ ਨਾਮ ਹੈ ਕਰਮਾ। ਤੁਸੀਂ ਦੇਖੋ ਜਦੋਂ ਇਹਦੇ ਵਿੱਚੋਂ ਲੰਘ ਕੇ ਜਾਣਗੇ ਐਮਪੀ ਤਾਂ ਨਵੀਂ ਕਿਸਮ ਦੇ ਖਿਆਲਾਤ ਲੈ ਕੇ ਆਣਗੇ। ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਜਦੋਂ ਨਵੀਂ ਕਿਸਮ ਦੇ ਖਿਆਲਾਤ ਆਣਗੇ ਤਾਂ ਤੁਸੀਂ ਪਹਿਲਾਂ ਇੱਕ ਗੱਲ ਕੀਤੀ ਸੀਗੀ ਐਂਟੀ ਡਿਫੈਕਸ਼ਨ ਐਕਟ ਦੀ। ਇਹ ਉਸ ਵੇਲੇ ਇੱਕ ਦੌਰ ਚੱਲਿਆ ਕਿ ਆਇਆ ਰਾਮ ਗਿਆ ਰਾਮ ਵਾਲਾ ਮਾਮਲਾ ਹੋ ਰਿਹਾ ਸੀਗਾ। ਲੋਕਾਂ ਨੇ ਕਿਹਾ ਪਤਾ ਨਹੀਂ ਕਿਸ ਆਧਾਰ ਦੇ ਉੱਤੇ ਜ਼ਮੀਰਾਂ ਵਿਕ ਜਾਂਦੀਆਂ ਨੇ ਜਾਂ ਕਿਸੇ ਦਾ ਜ਼ਮੀਰ ਜਾਗ ਪੈਂਦਾ ਤੇ ਵੋਟਾਂ ਬਹੁਤ ਇੱਧਰ ਉੱਧਰ ਹੋ ਜਾਂਦੀਆਂ ਸੀ। ਫਿਰ ਉਹਨਾਂ ਨੇ ਐਂਟੀ ਡਿਫੈਕਸ਼ਨ ਐਕਟ ਪਾਸ ਕੀਤਾ। ਸਾਨੂੰ ਉਸ ਵੇਲੇ ਸਾਰਿਆਂ ਨੂੰ ਲੱਗਦਾ ਸੀ ਕਿ ਇਹ ਸੁਧਾਰ ਹੋਏਗਾ। ਹੁਣ ਪ੍ਰੋਬਲਮ ਇਹ ਹੈ ਕਿ ਪਾਰਲੀਮੈਂਟਰੀ ਡੈਮੋਕ੍ਰੇਸੀ ਐਡਵਰਸੇਰੀਅਲ ਰੋਲ ਸਿਰਫ ਆਪੋਜੀਸ਼ਨ ਤੇ ਪਾਰਲੀਮੈਂਟ ਦਾ ਨਹੀਂ ਹੈ, ਆਪੋਜੀਸ਼ਨ ਤੇ ਰੂਲਿੰਗ ਪਾਰਟੀ ਦਾ ਨਹੀਂ ਹੈ। ਵਿਦਿਨ ਦਾ ਰੂਲਿੰਗ ਪਾਰਟੀ, ਵਿਦਿਨ ਦਾ ਆਪੋਜੀਸ਼ਨ, ਸੋਨੀਆ ਗਾਂਧੀ ਦਾ ਵਿਚਾਰ ਕੁਝ ਹੋਰ ਹੋ ਸਕਦਾ ਤੇ ਕਿਸੇ ਕਾਂਗਰਸ ਐਮਪੀ ਦਾ ਦੂਸਰੇ ਦਾ ਵਿਚਾਰ ਕੁਝ ਹੋਰ ਹੋ ਸਕਦਾ ਹੈ, ਪਰ ਪ੍ਰਾਈਮ ਮਿਨਿਸਟਰ ਦਾ ਵਿਚਾਰ ਕੁਝ ਹੋਰ ਹੋ ਸਕਦਾ ਹੈ, 4 ਮਿਨਿਸਟਰਸ ਦਾ ਵਿਚਾਰ ਹੋਰ ਹੋ ਸਕਦਾ ਹੈ ਤੇ ਉਹ ਇਹਦੇ ਤੇ ਆਪਣੀ ਗੱਲ ਕਹਿ ਸਕਦੇ ਨੇ, ਆਪਣੀ ਗੱਲ ਪ੍ਰਗਟ ਕਰ ਸਕਦੇ ਨੇ, ਉੱਥੇ ਆਪਣਾ ਵਿਚਾਰ ਰੱਖ ਸਕਦੇ ਨੇ। ਇਹਦੀ ਅਸੀਂ ਜਗ੍ਹਾ ਹੀ ਬਿਲਕੁਲ ਖਤਮ ਕਰ ਦਿੱਤੀ ਹੈ। ਇੱਕ ਅਸੀਂ ਵਿਪ ਸਿਸਟਮ ਲੈ ਆਂਦਾ ਤੇ ਇੱਕ ਅਸੀਂ ਐਂਟੀ ਡਿਫੈਕਸ਼ਨ ਐਕਟ ਲੈ ਆਂਦਾ। ਯੂ ਥਿੰਕ ਇਟ ਇਜ਼ ਟਾਈਮ ਘੱਟੋ ਘੱਟ ਤਿਕੋਨੀ ਪਾਰਲੀਮੈਂਟ ਦੇ ਵਿੱਚ ਅਸੀਂ ਇਹ ਦੁਬਾਰਾ ਤੋਂ ਸੋਚੀਏ ਕਿ ਕੀ ਮੈਂਬਰ ਆਫ ਪਾਰਲੀਮੈਂਟ ਦੀ ਆਪਣੀ ਕੋਈ ਹਸਤੀ, ਆਪਣੀ ਕੋਈ ਸੋਚ, ਆਪਣਾ ਕੋਈ ਸਵਾਬਦੀਦ ਅਧਿਕਾਰ, ਕੋਈ ਆਪਣਾ ਦਿਮਾਗ ਹੈ
ਕਿਉਂਕਿ ਇਹ ਤਾਂ ਇੰਸਟੀਟਿਊਸ਼ਨਲ ਦਿਮਾਗ ਹੈ ਨਾ, ਉਹਨੂੰ ਕਹਿ ਦਿੱਤਾ ਗਿਆ ਕਿ ਭਾਈ ਸਾਹਿਬ ਇਸ ਮੁੱਦੇ ਦੇ ਉੱਤੇ ਨਰਮਦਾ ਡੈਮ ਦੀ ਹਾਈਟ 116 ਫੁੱਟ ਕਰਨ ਬਾਰੇ ਸਾਡਾ ਵਿਚਾਰ ਬਣ ਗਿਆ, ਤੁਹਾਡਾ ਵੀ ਇਹ ਬਣ ਜਾਣਾ ਚਾਹੀਦਾ, ਤੁਹਾਡਾ ਵੀ ਇਹ ਬਣ ਜਾਣਾ ਚਾਹੀਦਾ, ਸਵੇਰੇ 9:30 ਵਜੇ ਵੋਟ ਪਾਉਣ ਆ ਜਾਣਾ। ਸੈਕੰਡਲੀ ਵੀ ਡੋਂਟ ਕੀਪ ਐਨੀ ਰਿਕਾਰਡ ਕਿ ਕਿਹੜੇ ਐਮਪੀ ਨੇ ਕਿਹੜੇ ਬਿੱਲ ਦੇ ਉੱਤੇ ਕਿਸ ਪਾਸੇ ਵੋਟ ਪਾਈ ਹੈ, ਇਹਦਾ ਕੋਈ ਰਿਕਾਰਡ ਨਹੀਂ। ਸਾਡੇ ਐਮਪੀ ਲੋਕਾਂ ਕੋਲ ਆਪਣਾ ਰਿਕਾਰਡ ਨਹੀਂ ਲੈ ਕੇ ਜਾਂਦੇ, ਜਿਸ ਤਰ੍ਹਾਂ ਅਮਰੀਕਨ ਕਾਂਗਰਸਮੈਨ ਲੈ ਕੇ ਜਾਂਦੇ ਨੇ ਕਿ ਦੇਖੋ ਇਹਨਾਂ ਬਿੱਲਾਂ ਦੇ ਉੱਤੇ ਇਹਦੀ ਸਬ ਕਲੌਜ਼ ਦੇ ਉੱਤੇ ਮੈਂ ਇਹ ਵੋਟ ਪਾਈ ਸੀ, ਇਹ ਵੋਟ ਪਾਈ ਸੀ। ਅਸੀਂ ਦਰਅਸਲ ਪਾਰਲੀਮੈਂਟਰੀ ਡੈਮੋਕ੍ਰੇਸੀ हैगे भी हाँ कि ਅਸੀਂ ਸੱਚੀ ਮੁੱਚੀ प्रेसिडेंशियल फॉर्म बन चुके हैं। आपने बहुत सही कहा। जैसे अब देखिए, अगर पहली लोकसभा दूसरी लोकसभा जब कांग्रेस सिस्टम थी, मैं देख रहा था 1951-52 में इलेक्शन में कांग्रेस को 364 सीटें मिली थी लोकसभा में, और दूसरी जो सबसे बड़ा धड़ा था वो इंडिपेंडेंट का था, उनको 30 या 34 था, है ना। मतलब पार्टी जो कोई दूसरी अपोजिशन पार्टी थी उसके पास 20 सीट थी, लेकिन कहते हैं कि उस समय भी डेमोक्रेसी थी क्योंकि अपोजिशन को पूरा समय दिया जाता था और कांग्रेस पार्टी के अंदर फैक्शन थे, तो कांग्रेस पार्टी में अंदर विरोध होता था और जो सरकार में जो फैक्शन था दूसरा फैक्शन उसका विरोध करता था। तो बावजूद इसके कि एक पार्टी इतनी डोमिनेट कर रही थी, जैसा आपने शुरू में भी कहा, जैसा अभी भी हो रहा है, लेकिन डेमोक्रेसी थी क्योंकि पार्टी के अंदर इंटरनल डेमोक्रेसी थी। आज के दिन आप बिल्कुल सही कह रहे हैं कि देखिए, लोगों को विचार अपना प्रकट करने का अधिकार है। आज भी अगर आप कांग्रेस के हैं और कांग्रेस का विप है तो आप कांग्रेस की लाइन, पार्टी लाइन से अलग बोल सकते हैं, लेकिन वोट नहीं दे सकते, है ना। और अगर आप बोलेंगे जैसे कीर्ति आजाद के साथ जो हुआ था, तो उसके बाद आपका जो हश्र होगा वो भी आपको पता है। भाई साहब प्रधानमंत्री एंटर करते ने तब पिछो वो म्यूजिक बजदा मोदी 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 एंड इट हैपेंस इन पार्लियामेंट। इट्स वेरी अनफॉर्चूनेट। पार्लियामेंट ਦੇ ਵਿੱਚ ਬਜਰੰਗਬਲੀ ਦੇ ਨਾਰੇ ਜਿਹੜੇ ਨੇ it should not happen, it should not ਪਾਰਲੀਮੈਂਟ ਦੇ ਵਿੱਚ ਹੁੰਦੇ ਨੇ। it should not happen। क्या था साहब, ਮੈਂ ਵੀ ਤਕੋਨੀ ਵਾਲੀ ਚ ਨਾ ਹੋਣ। ਮੈਨੂੰ ਖਾਲਿਦ ਸਾਹਿਬ ਯਾਦ ਹੈ ਮਨੀਸ਼ੰਕਰ ਅਈਅਰ ਨੇ ਆਰਟੀਕਲ ਪਿੱਛੇ ਜੇ ਲਿਖਿਆ ਸੀ, ਉਹ ਕਹਿੰਦੇ ਨੇ ਬੜਾ ਇਹ ਨੌਜਵਾਨ ਅਟਲ ਬਿਹਾਰੀ ਵਾਜਪਾਈ ਸਕੂਟਰ ਚੱਕ ਕੇ ਜਵਾਹਰ ਲਾਲ ਨਹਿਰੂ ਦੇ ਘਰ ਚਲੇ ਗਏ। ਚਾਈਨਾ ਦੀ ਜੰਗ ਲੱਗੀ ਹੋਈ ਸੀ, ਉਹ ਕਹਿੰਦੇ ਨੇ ਜੀ ਇਹ ਡਿਬੇਟ ਕਰਾਓ ਇਹਦੇ ਤੇ ਪਾਰਲੀਮੈਂਟ ਦੇ ਵਿੱਚ। He was the first time MP at that बड़े time। हमले किए उन्होंने, हाँ 38 इयर्स के थे। और किसने अकल ਦਿੱਤੀ ਪ੍ਰਧਾਨ ਮੰਤਰੀ ਨੂੰ ਕਿ ਭਾਈ ਚਾਈਨਾ ਨਾਲ ਜੰਗ ਲੱਗੀ ਹੈ ਤੇ ਤੁਸੀਂ ਡਿਬੇਟ ਕਰਾਣਾ ਹੈ ਚਾਈਨਾ ਦੇ ਨਾਲ ਰਿਲੇਸ਼ਨਸ਼ਿਪਸ ਦੇ ਉੱਤੇ? ਤੇ ਨਹਿਰੂ ਸੈਟ ਕਿ ਭਾਈ ਉਧਰ ਜੰਗ ਲੱਗੀ ਹੈ, ਬੜਾ ਇੰਪੋਰਟੈਂਟ ਮੁੱਦਾ ਹੈ, ਡਿਬੇਟ ਕਰਾਉਣ ਵਿੱਚ ਹਰਜੀ ਕੀ ਹੈ? ਐਂਡ ਦਾ ਡਿਬੇਟ ਹੈਪਨਡ, ਪਾਰਲੀਮੈਂਟ ਦੇ ਵਿੱਚ ਡਿਬੇਟ ਹੋਇਆ। ਅੱਜ ਦੀ ਡੇਟ ਦੇ ਵਿੱਚ ਤਾਂ ਉਹ ਨਹੀਂ ਕਹਿ ਰਹੇ ਨੇ ਨਾ ਕਿ ਜੀ ਉਹ LIC ਤੇ ਸਟੇਟ ਬੈਂਕ ਆਫ ਇੰਡੀਆ ਨੇ ਕਿੱਥੇ ਪੈਸਾ ਲਾਇਆ, ਕਿੱਥੇ ਇਨਵੈਸਟ ਕਰ ਦਿੱਤਾ ਹੈ, ਇਹ ਕੌਣ ਨੇ, ਅਡਾਨੀ ਸਾਹਿਬ ਵਗੈਰਾ, ਤੇ ਡਿਬੇਟ, ਇਹ ਤੇ ਡਿਬੇਟ ਕਰ ਲਓ। ਤੇ ਹੁਣ ਸਾਡੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ, ਰਾਜ ਸਭਾ ਦੇ ਚੇਅਰਪਰਸਨ ਹੁੰਦੇ ਨੇ, ਉਹਨਾਂ ਨੇ ਕਿਹਾ ਪਹਿਲਾਂ ਇਹ ਰਿਸ਼ਤੇ ਨੂੰ ਸਾਬਤ ਕਰੋ, ਪਹਿਲਾਂ ਪ੍ਰੂਫ ਲਿਆਓ ਤਾਂ ਡਿਬੇਟ ਹੋਏਗਾ, ਨਹੀਂ ਤਾਂ ਅਸੀਂ ਐਕਸਪੰਜ ਕਰ ਦਿੰਦੇ। ਇਹ ਵੀ ਕਹਿੰਦੇ ਵੀ ਮੇਰੇ ਜਿਹੜੇ ਹੈਗੇ ਸਟਾਫ ਦੇ ਮੈਂਬਰ ਉਹ ਕਮੇਟੀਆਂ ਦੇ ਮੈਂਬਰ ਹੋਣਗੇ ਜਿੱਥੇ MP ਬੈਠਦੇ ਨਹੀਂ, ਪਾ ਹੀ ਦਿੱਤੇ ਉਹਨਾਂ ਨੇ। ਦੇਖੋ ਕਮਾਲ ਦੀ ਗੱਲ, ਦੇਖੋ ਮੈਂ ਤੁਹਾਨੂੰ ਦੱਸਦਾ 20 ਮੈਂਬਰ ਆਪਣੇ ਸਟਾਫ ਦੇ ਪਾਰਲੀਮੈਂਟ ਦੀਆਂ 8 ਕਮੇਟੀਆਂ ਦੇ ਵਿੱਚ 8 ਕਮੇਟੀਆਂ ਦੇ ਵਿੱਚ ਤੁਸੀਂ ਦੱਸੋ ਸੱਚ ਅਨਪ੍ਰੈਸੀਡੈਂਟਡ ਥਿੰਗ। ਔਰ ਤੁਹਾਨੂੰ ਮੈਂ ਹੋਰ ਗੱਲ ਦੱਸਦਾ, ਮੇਰੇ ਕੋਲ ਮੁੰਡਾ ਕੰਮ ਕਰਦਾ ਹੈ, ਲੋਕ ਇਹ ਕਹਿੰਦੇ ਉਹਨੂੰ ਵੀ ਪਵਾ ਦਈਏ ਆਪਾਂ, ਦੇਖੋ ਰਾਕਟ ਸਾਇੰਟਿਸਟ ਬਣਾ ਦਈਏ ਕਿਸੇ ਨੂੰ। ਦੇਖੋ ਜਿਹੜੀ ਰੂਲਿੰਗ ਪਾਰਟੀ ਹੈ, ਰੂਲਿੰਗ ਪਾਰਟੀ ਇਹ ਕਹਿੰਦੀ ਹੈ ਕਿ ਸਾਡੇ ਕੋਲ ਕਿਉਂਕਿ ਡੈਮੋਕ੍ਰੈਟਿਕ ਮੈਂਡੇਟ ਹੈ, ਸਾਨੂੰ ਮੈਂਡੇਟ ਮਿਲੀ ਹੋਈ ਹੈ, ਇਸ ਕਰਕੇ ਅਸੀਂ ਕਰ ਰਹੇ ਹਾਂ ਜੋ ਕੁਝ ਕਰ ਰਹੇ ਹਾਂ। ਆਰਗੂਮੈਂਟ ਵਰਕਸ ਹੈ ਨਹੀਂ, ਲੇਕਿਨ ਕੰਮ ਕਰਦਾ, ਲੇਕਿਨ ਆਰਗੂਮੈਂਟ ਉਹ ਕਹਿ ਰਹੇ ਆ, ਉਹ ਕਹਿੰਦੇ ਜਿਹੜੀ ਆਪੋਜੀਸ਼ਨ ਹੈ ਉਹ ਸਾਡੀ ਜਿਹੜੀ ਮੈਂਡੇਟ ਮਿਲੀ ਹੈ ਉਹਨੂੰ ਰਿਸਪੈਕਟ ਨਹੀਂ ਕਰਦੀ, ਕਿਉਂਕਿ ਸਾਨੂੰ ਮੈਂਡੇਟ ਮਿਲੀ ਹੈ ਇਸ ਕਰਕੇ ਅਸੀਂ ਸਾਰਾ ਕੁਝ ਕਰ ਰਹੇ ਹਾਂ। ਦੂਸਰੇ ਪਾਸੇ ਸੁਣੋ, ਤੁਸੀਂ ਨਵੀਂ ਪਾਰਲੀਮੈਂਟ ਤੋਂ ਸਿੱਧੇ ਸ਼ਬਦਾਂ ਨੂੰ ਆਪਣੇ ਸ਼ਬਦ ਦੇ ਕੇ ਦੇਖਾਂ, ਤੁਸੀਂ ਇਹ ਕਹਿ ਰਹੇ ਹੋ ਵੀ ਉਹ ਤਾਂ ਫਿਰ ਬੁਲਡੋਜ਼ਰ ਹੋ ਜਾਏਗਾ ਤੇ ਉਹ ਬੁਲਡੋਜ਼ਰ ਚੱਲ ਪੈਂਦਾ ਦੂਸਰਿਆਂ ਦੀਆਂ ਜ਼ੁਬਾਨਾਂ ਉੱਤੇ ਕਿ ਉਹ ਬੋਲ ਨਹੀਂ ਸਕਦੀਆਂ। ਅੱਜ ਕੱਲ ਤਾਂ ਲੀਡਰ ਜਿਹੜੇ ਹੈਗੇ ਆ ਬੁਲਡੋਜ਼ਰ ਦੇ ਕਰਨੀ ਇਸ਼ਾਰਾ ਕਰਕੇ ਕਹਿੰਦੇ ਵੀ ਆ ਰਿਹਾ ਦੇਖ ਲੈ, ਧਿਆਨ ਰੱਖੀ। ਨਹੀਂ ਹੁਣ ਸ਼ਾਇਦ ਪਾਰਲੀਮੈਂਟ ਡਿਸਕਸ ਕਰੇ। ਪਾਰਲੀਮੈਂਟ ਜਿਹੜੀ ਤਿਕੋਨੀ ਪਾਰਲੀਮੈਂਟ ਹੋਏਗੀ ਆਸ਼ੂਤੋਸ਼ ਜੀ, ਇਹਦੇ ਵਿੱਚ ਦੇਸ਼ ਦੇ ਵਿੱਚ ਡੈਮੋਕ੍ਰੇਸੀ ਕਿੱਦਾਂ ਕੰਮ ਕਰ ਰਹੀ ਹੈ, ਇਹਦੇ ਵਿੱਚ ਪੋਸੀਬਿਲਿਟੀ ਹੈ ਕੋਈ ਡਿਸਕਸ਼ਨ ਹੋਣ ਦੀ? ਕਿਉਂਕਿ ਇੰਡੀਅਨ ਐਕਸਪ੍ਰੈਸ ਦੀ ਇਹ ਇਨਵੈਸਟੀਗੇਟਿਵ ਰਿਪੋਰਟਿੰਗ ਹੋਈ ਹੈ 25 ਮਈ ਨੂੰ, 2 ਦਿਨ ਪਹਿਲਾਂ। ਉਹਨਾਂ ਨੇ ਕਿਹਾ ਕਿ ਜਦੋਂ ਤੋਂ ਯੋਗੀ ਆਦਿੱਤਿਆਨਾਥ ਆਏ ਨੇ 2017 ਤੋਂ 186 ਐਨਕਾਊਂਟਰ ਹੋਏ ਨੇ, 186 ਬੰਦੇ ਮਾਰੇ ਗਏ ਨੇ ਐਨਕਾਊਂਟਰ ਦੇ ਵਿੱਚ। 5046 ਜਿਹੜੇ ਕ੍ਰਿਮੀਨਲ ਨੇ ਉਹਨਾਂ ਦੇ ਗੋਲੀਆਂ ਵੱਜੀਆਂ ਨੇ, ਜਿਹਦਾ ਮਤਲਬ ਹੈ ਹਰ 15 ਦਿਨਾਂ ਦੇ ਵਿੱਚ ਇੱਕ ਆਦਮੀ ਮਾਰਿਆ ਗਿਆ ਤੇ 30 ਦੇ ਗੋਲੀਆਂ ਵੱਜੀਆਂ ਨੇ। ਤੇ ਜਿਹੜਾ ਡਾਟਾ ਆਇਆ ਇਹਦੇ ਉਹਦੇ 'ਚ ਲੋਕ ਸਭਾ ਦੇ ਵਿੱਚ ਯੂਨੀਅਨ ਹੋਮ ਮਿਨਿਸਟਰੀ ਦਾ, ਅਮਿਤ ਸ਼ਾਹ ਜੀ ਦੀ ਮਿਨਿਸਟਰੀ ਦਾ, ਅਪ੍ਰੈਲ 2023 ਦਾ, ਉਹਨੇ ਕਿਹਾ ਜਨਵਰੀ 2017 ਤੋਂ ਲੈ ਕੇ ਜਨਵਰੀ 2022 ਤੱਕ 655 ਐਨਕਾਊਂਟਰ ਹਿੰਦੁਸਤਾਨ ਦੇ ਵਿੱਚ ਹੋਏ ਨੇ। ਤੇ ਉਹ ਮੋਸਟਲੀ ਤੁਹਾਨੂੰ ਪਤਾ ਵੀ ਉਹ ਛੱਤੀਸਗੜ੍ਹ ਹੋਣਗੇ, ਯੂਪੀ 'ਚ ਹੋਣਗੇ, ਅਸਾਮ 'ਚ ਹੋਣਗੇ, ਉੜੀਸਾ 'ਚ ਹੋ ਜਾਣਗੇ ਜਾਂ ਮਹਾਰਾਸ਼ਟਰ 'ਚ ਹੋ ਜਾਣਗੇ। ਜੰਮੂ ਕਸ਼ਮੀਰ ਦੇ ਵਿੱਚ ਐਨਕਾਊਂਟਰ ਤਾਂ ਕੋਈ ਖਬਰ ਹੀ ਨਹੀਂ ਹੁੰਦੀ ਨਾ ਹੁੰਦਾ। ਅੱਛਾ, ਉਹ ਨਹੀਂ ਹੈ, ਉਹਦੇ 'ਚ ਤਾਂ ਕੀ ਖਬਰ ਹੁੰਦੀ ਹੈ?
ਹੁਣ PUCL ਦੀ ਪਬਲਿਕ ਸਟੇਟਮੈਂਟ ਹੈ ਕਿ 10,900 ਪੁਲਿਸ ਐਨਕਾਊਂਟਰ ਯੂਪੀ ਦੇ ਵਿੱਚ ਹੋਏ ਨੇ ਮਾਰਚ 2017 ਤੋਂ ਅਪ੍ਰੈਲ 2023 ਤੱਕ। ਮੈਨੂੰ ਲੱਗਦਾ ਕਿ ਪਾਰਲੀਮੈਂਟਰੀ ਡੈਮੋਕ੍ਰੇਸੀ ਦੀ ਤਾਕਤ ਤਿਕੋਨੀ ਬਿਲਡਿੰਗ ਵਿੱਚ ਇਹ ਹੋਏਗੀ ਜੋ ਸਭ ਤੋਂ ਪਹਿਲਾਂ ਡਿਸਕਸ ਕਰੇ ਕਿ ਹਿੰਦੁਸਤਾਨ ਦੇ ਨਾਗਰਿਕਾਂ ਨੂੰ ਬਿਨਾਂ ਕਾਨੂੰਨ ਤੋਂ, ਬਿਨਾਂ ਕਿਸੇ ਲੋਕਤੰਤਰ ਪ੍ਰਣਾਲੀ ਤੋਂ, ਬਿਨਾਂ ਜੁਡੀਸ਼ੀਅਲ ਕਿਸੇ ਸਿਸਟਮ ਤੋਂ, ਜਸਟਿਸ ਡਿਸਪੈਂਸਿੰਗ ਮਸ਼ੀਨਰੀ ਤੋਂ कौन गोलियां मारी जा रहे हैं, तेरी चर्चा साडे पॉलिटिशियन कर नहीं। तो इसका जवाब तो सीधा आएगा कि आप कोर्ट में जाएं, रूल ऑफ लॉ है, नहीं होता है, कहते कोर्ट में जाएं, हाई कोर्ट में अगर कोई जाइए। भी आशुतोष जी, ये तो एक नैरेटिव बन चुका है कि पहले कोई गलत काम करो, उसके बाद अगर आपको नहीं अच्छा लगता कोर्ट में चले जाओ, यानी कि हर चीज के लिए आप कोर्ट में धक्के खाते रहो। तो वो भी तो टाइम कंज्यूमिंग है, मनी कंज्यूमिंग है। देखो एक चीज पार्लियामेंट में जरूर हुई है कि अपोजिशन और जब वैल्यू हाउस ऑफ द हाउस में आ जाती थी, वो चीज नहीं होएगी क्योंकि स्पीकर इतनी दूर चला गया स्पीकर इतनी दूर ऊपर जाके बिठाता है ते वो अच्छा, तो मतलब नई बिल्डिंग में आउट ऑफ रीच ही करता मैं है। एक्चुअली डिस्टेंस अच्छा, ये था। मैं एक्चुअली फिजिकल डिस्टेंस चेक नहीं ਕੀਤਾ नहीं, वो तुसी देखो, ਹੁਣ ਆਵਾਜ਼ ਨਹੀਂ ਸੁਣਾਈ ਦੇਗੀ, ਤੁਸੀਂ ਆਵਾਜ਼- ਕੈਮਰਿਆਂ ਦੇ ਐਂਗਲ ਠੀਕ ਕਰ ਦਿੱਤੇ बस ਜਾਣਗੇ। कैमरे देखणगे। ਹੁਣ ਤੁਸੀਂ ਉਹ ਬਿਲਬੋਰਡ ਹੱਥਾਂ 'ਚ ਲੈ ਕੇ ਪਲੇ ਕਾਰਡਸ ਲਹਿਰਾਉਂਦੇ ਰਹੋ, ਦਿਖਾਈ ਨਹੀਂ ਦੇਣਗੇ। ਜਿਹੜੇ ਮੀਡੀਆ ਵਾਲੇ Very ਹੈ interesting। ਉਹ ਵੀ ਉੱਪਰ ਦੇ ਬੈਠੇ ਨਜ਼ਰ ਆਉਣਗੇ, ਉਹਨਾਂ ਦੇ ਮੜੇ ਮੜੇ ਸ਼ਕਲਾਂ ਜਿਹੀਆਂ ਨਜ਼ਰ ਆਉਣਗੀਆਂ। ਨਾ ਮੀਡੀਆ ਵਾਲਿਆਂ ਨਾਲ ਕੌਣ ਬੈਠੇਗਾ, ਮੀਡੀਆ ਵਾਲਿਆਂ ਨਾਲ ਤੇ ਜੋ ਸਾਡੇ लेकिन ਪੰਜਾਬ ਵਾਲੇ ਭਾਉ अली ਕਰ ਰਹੇ ਨੇ साहब, ਉਹੀ ਉਹ ਕਰ ਰਹੇ ਨੇ। तो ये तो एडवांटेज सभी के लिए है ना। है जी। कल आप तो आज आप disadvantage भी सभी के आज लिए है आप ना। ही हैं तो कल तो आप नहीं भी रहेंगे। नहीं, ਸਾਰੇ ਨਵੀਂ ਪਾਰਲੀਮੈਂਟ ਹੈ ਉਹ ਬਣਾਈ ਸੀ ਅੰਗਰੇਜ਼ਾਂ ਨੇ, ਇਹ ਬਣਾਈ ਹੈ ਸਾਡੇ ਗੁਜਰਾਤੀਆਂ ਭਾਰਤੀਆਂ ਨੇ। ਉਹ ਭਾਰਤੀਆਂ ਨੇ ਹੁਣ ਪਾਰਲੀਮੈਂਟ ਤਾਂ ਗੁਜਰਾਤੀਆਂ ਨੇ ਬਣਾਣੀ, ਗੁਜਰਾਤੀ ਭਾਰਤੀ ਜੋ ਨੇ। ਬਿਮਲ ਪਟੇਲ ਜੀ ਆਰਕੀਟੈਕਟ ਨੇ, ਉਹ ਤਾਂ ਉਹਨਾਂ ਨੇ ਹੀ ਬਣਾਣੀ ਹੁੰਦੀ ਹੈ। ਤੇ ਮਤਲਬ ਮੈਂ ਦੇਖਦਾ ਵੀ ਆਜ਼ਾਦੀ ਦੀ ਜੰਗ ਦੇ ਵਿੱਚ ਕਿ ਟਾਟਾ ਬਿਰਲਾ ਆਇਆ ਇਹ ਵੀ ਨਾਰਾ ਹੁੰਦਾ ਸੀਗਾ, ਹੁਣ ਇਹ ਪਾਰਲੀਮੈਂਟ ਟਾਟਾ ਬਿਲਡਰਸ ਨੇ ਬਣਾਈ ਹੈ। ਹੋਪਫੁਲੀ ਡਿਫਰੈਂਟ ਤਰੀਕੇ ਨਾਲ ਚੱਲੇਗੀ। ਬਟ what must change in parliamentary democracy ਕਿ ਇਸ ਪਾਰਲੀਮੈਂਟ ਦੀ ਬਿਲਡਿੰਗ ਦਾ ਕੋਈ ਮਤਲਬ ਹੋਵੇ? what must change? ਤੁਸੀਂ ਮੈਨੂੰ ਦੱਸੋ ਨਾ, ਇਹ ਨਹੀਂ ਹੋ ਸਕਦਾ ਕਿ ਬਜਟ ਜਿਹੜਾ ਹੈ ਉਹ 10 ਮਿੰਟਾਂ 'ਚ ਪਾਸ ਹੋ ਜਾਏ 45 ਲੱਖ ਕਰੋੜ ਦਾ ਦੇਸ਼ ਦਾ। ਖੇਤੀ ਦੇ 3 ਬਿੱਲ ਜਿਹੜੇ ਦੇਸ਼ ਭਰ ਦੇ ਕਿਸਾਨਾਂ ਨੂੰ ਇਸ ਤਰੀਕੇ ਨਾਲ ਪ੍ਰਭਾਵਿਤ ਕਰਨ, ਉਹਦੇ ਤੇ MP ਚੀਕਾਂ ਮਾਰਦੇ ਰਹਿ ਜਾਣ ਤੇ ਕੋਈ ਡਿਵੀਜ਼ਨ ਨਾ ਕਰਾਵੇ, ਕੋਈ ਉਹਦੇ ਤੇ ਵੋਟਿੰਗ ਨਾ ਹੋਵੇ, ਫਿਰ ਜਦੋਂ ਵਾਪਸ ਲੈ ਜਾਣ ਉਸ ਵੇਲੇ ਵੀ ਕੋਈ ਡਿਸਕਸ਼ਨ ਨਾ ਹੋਵੇ। ਨਾ ਜੀ ਨਾ, ਪਾਸ ਪਾਸ ਪਾर्लियामेंट ਕੀਤੀ है हाँ। और वापस एक बंदा ले रहा है। मुझे मुझे ऐसा लग रहा है ना कि अपोजिशन ने मान लिया है कि पार्लियामेंट की बहस का कोई मतलब नहीं है। उनको ये भी लगता है कि शायद हमें बहस करने दिया नहीं जाएगा, शायद हमें बोलने भी नहीं दिया जाएगा। तो मतलब बिल्डिंग तो अब उन्होंने अब मुझे ऐसा लगता है ना कि अपोजिशन पार्टीज जो हैं, चाहे कोई भी पार्टी हो, मैं देख रहा हूँ बड़े दिन से देख रहा हूँ, ये 2014 की बात नहीं है, पहले से भी मुझे लगता है कि जो अपोजिशन पार्टीज है ना, जो भी अपोजिशन हो, जब बीजेपी भी थी, उनको लगता नहीं है कि पार्लियामेंट में जो बहस करेंगे वो आवाज, उनको लगता है पार्लियामेंट से बाहर जाना चाहिए। तो पार्लियामेंट की इज्जत, अब जो प्रतिष्ठा है, जो पार्लियामेंट की इंपॉर्टेंस है ना, अब इनकी नजरों में घटती जा रही है। इसका मतलब है इनका कि सड़क ज्यादा इंपॉर्टेंट है संसद से। स्ट्रीट पॉलिटिक्स जिसको कहते हैं ना, स्ट्रीट पॉलिटिक्स। ਜਿਹੜੀਆਂ ਡਿਸਰਪਸ਼ਨਸ ਸੀਗੀਆਂ ਉਹ ਬੇਸਿਕਲੀ ਕੀ ਸੀ? ਡਿਸਰਪਸ਼ਨਸ ਤੇ ਇਹ ਸੀ ਕਿ ਤੁਸੀਂ ਚੌਂਕ, ਸੜਕ, ਗਲੀ ਮੁਹੱਲਾ ਲਿਆ ਕੇ ਪਾਰਲੀਮੈਂਟ ਦੇ ਵਿੱਚ ਰੱਖ ਦਿੰਦੇ ਹੋ। मेरी बात आप समझिए ना, ਹੁਣ ਉਹਨਾਂ ਨੂੰ ਲੱਗਦਾ ਹੈ ਕਿ ਚੌਂਕ, ਗਲੀ ਮੁਹੱਲੇ ਚ एक लाइन और कहना चाह रहा हूं, मुझे ये लगता रहता है कि जैसे अपोजिशन के लिए तो अच्छा है कि उनको जितने मौके मिले ना संसद में वो बोलें, बात करें, चाहे उनको स्पीकर अगर नहीं भी रोक रहा है, टोक रहा है, उनको लगता है स्पीकर से प्रॉब्लम है या चेयरपर्सन से, उनको बोलने की पूरी कोशिश करनी चाहिए। अब रूलिंग पार्टी अगर ऑब्स्ट्रक्ट करे तो ये तो मतलब उल्टी गंगा बह रही है। ये तो मतलब ये तो बहुत ही आश्चर्यजनक है। अगर पार्लियामेंट ਨੂੰ ਤੁਸੀਂ ਸਕਾਰਾਤਮਕ ਬਣਾਉਣਾ ਹੈ ਤਾਂ ਆਟੋਕ੍ਰੈਟਿਕ ਡੈਮੋਕ੍ਰੇਸੀ ਜਿਹੜੀ ਹੈਗੀ ਹੈ ਉਹ ਤੋਂ ਉਹਨੂੰ ਪਿੱਛੇ ਛੱਡ ਕੇ ਪਾਰਟਿਸਿਪੇਟਰੀ डेमोक्रेसी वाला जानते हैं ब्रिटिश ब्रिटेन से हमें सीखना चाहिए, ब्रिटेन से सीखना चाहिए ਤਾਂ ਹੈ, अदरवाइज नहीं कितनी मर्जी बिल्डिंगां बनाई सुनो ਇਹਨਾਂ ਦੀ ਗੱਲ, ब्रिटेन तो की सीखना चाहिए? वही सोचना चाहिए कि जो स्पीकर बने उसको अपनी पार्टी से रिजाइन करें, उसको अगले बार जब वो खड़ा हो तो हर एक पार्टी उसके खिलाफ कोई कैंडिडेट ना खड़ा करें, और वो हमेशा पूरे लाइफ लॉन्ग पॉलिटिकल एक्टिविटीज में नहीं शामिल हो, और जो भी कैंडिडेट हो उसको अपोजिशन पार्टी के, वहां ब्रिटेन में जैसे है कि अपोजिशन पार्टी के MP कम से कम 3 MP सपोर्ट करें, नॉमिनेट करें, तो ये बहुत जरूरी है। और शायद पार्लियामेंट में कोई ऐसा बंदा मिलेगा, ਤੁਸੀਂ ਕਮਾਲ ਦੀ ਗੱਲ ਇਹ ਦੇਖੋ, कोई गट्स वाला आदमी मिलेगा। ਤੁਹਾਡੇ ਕੋਲ ਲੋਕ ਸਭਾ ਹੈਗੀ ਹੈ, ਉਹਦੇ ਵਿੱਚ ਡਿਪਟੀ ਸਪੀਕਰ ਦੀ ਨੌਲੇਜ ਦੀ ਕੋਈ ਚੀਜ਼ ਹੀ ਨਹੀਂ ਹੈ।
देयर इज नो डिप्टी स्पीकर ਜਦੋਂ ਕਿ ਮੈਂਡੇਟਰੀ ਹੈ। हाँ अभी नहीं है, डिप्टी स्पीकर नहीं कितने साल हो गए यार हाँ, कितना चिर हो गया डिप्टी स्पीकर तो बिना ਤੁਸੀਂ ਪਾਰਲੀਮੈਂਟ ਲੋਕ ਸਭਾ ਵਿੱਚ ਚਲਾ ਰਹੇ ਹੋ ਔਰ ਫਿਰ ਇੱਕ ਹੋਰ ਗੱਲ ਹੈ ਪਹਿਲਾਂ ਇਹ ਹੁੰਦਾ जनरली ਸੀਗਾ वो रूलिंग पार्टी का नहीं होता था। ਆਪੋਜੀਸ਼ਨ ਨੂੰ ਜਾਣਾ ਹੁੰਦਾ Opposition ਨੂੰ ਸੀ ਜਾਣਾ ਉਹ था। ਕਹਿੰਦਾ ਸਪੀਕਰ ਵੀ ਸਾਡਾ ਡਿਪਟੀ ਸਪੀਕਰ ਵੀ ਸਾਡਾ ਔਰ ਤੀਸਰਾ ਬੰਦਾ ਜਿਹੜਾ Estimate committee जो parliamentary committees हैं। ਹੋਰ ਵੀ ਸਾਡਾ ਤੇ ਕਮਲ ਦਾ ਫੁੱਲ ਵੀ ਸਾਡਾ ਮੈਨੂੰ ਨਹੀਂ अच्छा लीडर ऑफ ऑपोजिशन भी नहीं मान रहे, लीडर ऑफ ऑपोजिशन बना सकते थे 10% नहीं भी था। ਮੈਂ ਸਿਰਫ ਇਹਨਾਂ ਕਹਿਣਾ ਚਾਹੁੰਦਾ ਤੁਸੀਂ ਜਿਹੜੇ ਪਹਿਲਾਂ ਬਹੁਤ ਸੋਲੇ ਗਏ ਨਾ ਪਹਿਲਾਂ ਬਹੁਤ ਵਧੀਆ ਹੁੰਦੇ ਸੀ ਉਹ ਮੈਂ ਦੇਖ ਰਿਹਾ ਸੀ ਸੁਨੀਲ ਖਿਲਨਾਨੀ ਲਿਖਦੇ ਨੇ ਆਈਡੀਆ ਆਫ ਇੰਡੀਆ ਕਦੋਂ ਹੈ 2000 ਦੇ ਆਸ-ਪਾਸ ਦੀ ਹੁਣ ਤਾਂ ਵੀ ਕੁਝ नहीं 1997 97 ਦੀ ਆਈਡੀਆ ਆਫ ਇੰਡੀਆ ਸੁਨੀਲ ਖਿਲਨਾਨੀ ਰਾਣੇ ਨੇ ਲਿਖਿਆ ਹੈ। ਉਹ ਕਹਿੰਦੇ ਜਿਹੜੀ ਇਹ ਕਨਸਟੀਟਿਊਸ਼ਨਲ ਡੈਮੋਕ੍ਰੇਸੀ ਜਿਸ ਤਰੀਕੇ ਦੀ ਇਹ ਬਣਾ ਰਹੇ ਸੀ ਨਾ ਉਹ ਕਹਿੰਦੇ ਇੱਕ ਤਾਂ ਇਟ ਵਾਸ ਡਨ ਇਨ ਅ ਫਿਟ ਆਫ ਐਬਸੈਂਟ ਮਾਈਂਡਡਨੈਸ ਸੁੱਤੇ ਹੋਏ ਸੀਗੇ ਸਾਰੇ ਨੈਸ਼ਨਲ ਲੀਡਰ ਨਾ ਇਹਨਾਂ ਨੇ ਚੱਜ ਨਾਲ ਸੋਚਿਆ ਨਾ ਕੁਛ ਹੈ ਨਾ ਹੀ ਇਹ ਇੰਟਰਨਲ ਡੈਮੋਕ੍ਰੇਸੀ ਦੇ ਦੀਆਂ ਪ੍ਰੈਕਟਿਸਿਸ ਨੂੰ ਵੈਲਿਡ ਸੀਗੇ ਨਾ ਹੀ ਇਹਨਾਂ ਦਾ ਕੋਈ ਸਬੰਧ ਸੀ ਕਿ ਅੰਦਰੂਨ ਦੀ ਡੈਮੋਕ੍ਰੇਸੀ ਕਿਵੇਂ ਹੋਣੀ ਚਾਹੀਦੀ ਹੈ। गांधी तो भी डिक्टेटर कहते हैं हाँ। ਸੁਨੀਲ ਖਿਲਨਾਨੀ ਉਹ ਤਾਂ ਜੋ ਕਰਬੂਜ਼ੀਏ ਬਾਰੇ ਤੇ ਲੁਟੀਅਨ ਬਾਰੇ ਕਹਿੰਦੇ ਆ ਮੈਂ ਇੱਥੇ ਦੁਹਰਾਉਣਾ ਨਹੀਂ ਚਾਹੁੰਦਾ ਜਿਹੜਾ ਤੁਸੀਂ ਇੱਕ ਮੈਂ ਲਾਸਟ ਬਿਲਕੁਲ ਸਮਾਂ ਹੈ ਨਹੀਂਗਾ ਕਿ ਤੁਸੀਂ ਕਹਿੰਦੇ ਹੋ ਵੀ ਜਿਹੜੀ ਗੋਲਡ ਬਿਲਡਿੰਗ ਸੀਗੀ ਇਹ ਤਾਂ ਪਾਰਲੀਮੈਂਟ ਇਹ ਤਾਂ ਗੁਲਾਮੀ ਦੀ ਨਿਸ਼ਾਨੀ ਸੀਗੀ ਤਾਂ ਹੁਣ ਸਾਰੀ ਲੁਟੀਅਨ ਦਿੱਲੀ ਦੇ ਉੱਪਰ ਵੀ ਤੁਸੀਂ ਬੁਲਡੋਜ਼ਰ ਫੜਾ ਕੇ ਕੋਈ ਨਵੀਂ ਉਹ ਨਾ ਆਈਡੀਆ ਉਹ ਰੱਬ ਦਾ ਬਸ ਨਾ ਆਈਡੀਆ ऐसी बातें ना करें। ਨਹੀਂ ਮੈਂ ਦੱਸਦਾ ਵੀ ਅਗਰ ਇੱਕ ਬਿਲਡਿੰਗ ਦੇ ਰਾਸ਼ਟਰਪਤੀ ਭਵਨ ਦਾ ਕੀ ਹਾਲ ਹੋਊਗਾ ਫਿਰ ਸਾਊਥ ਬਲਾਕ ਤੇ ਨਾਰਥ ਬਲਾਕ ਦਾ ਕੀ ਹਾਲ ਹੋਊਗਾ बिल्डिंगें तो भारतीयों ने बनाई नहीं, बिल्डिंगें तो भारतीयों ने बनाई। शास्त्री भवन वो तो बिल्डिंग तो ये भी हमारे मजदूरों ने बनाए, सबने जैसे ताजमहल बना ये गोल बिल्डिंग केड़ा चक के लेंदे सी ये गोल बिल्डिंग केड़ा चक के लेंदे सी वो भी इंडियंस नहीं बनाई ਅੱਜ ਦੇ ਸ਼ਾਹਜਹਾਂ ਦਾ ਨਾਮ ਗੂੰਜੇਗਾ ਇਹਦੇ ਚ ਕਿਹੜੀ ਗੱਲ ਹੈ। ਦੇਖੋ 4 ਸ਼ੇਰ ਹੁਣ ਉੱਤੇ ਬੈਠ ਗਏ ਨੇ 4 ਸ਼ੇਰ ਲੱਗੇ ਨੇ ਉੱਤੇ ਮੈਂ ਬਹੁਤਾ ਐਂਗਲ ਚੈੱਕ ਨਹੀਂ ਕੀਤੇ ਪਰ ਚਾਰਾਂ ਚੋਂ ਇੱਕ ਦਾ ਮੂੰਹ ਤੇ ਜੰਤਰ ਮੰਤਰ ਵੱਲ ਨੂੰ ਹੋਏਗਾ ਹੀ ਤੇ ਉਹ ਕਿੰਨਾ ਕੁ ਡਿਸਟੈਂਸ ਹੈ 500 550 ਮੀਟਰ ਦਾ। ਮੈਂ ਪਾਰਲੀਮੈਂਟ 6-7 ਸਾਲ ਮੈਂ ਪਾਰਲੀਮੈਂਟਰੀ ਕੋਰਸਪੋਂਡੈਂਟ ਰਿਹਾ ਮੈਂ ਕਿਉਂਕਿ ਸਾਡੇ ਹੀ ਆਫਿਸ ਸੀਗਾ ਪਾਰਲੀਮੈਂਟ ਦੇ ਅੰਦਰ ਜਾਂ ਪੀਟੀਆਈ ਦਾ ਜਾਂ ਯੂਐਨਆਈ ਦਾ ਜਾਂ ਆਲ ਇੰਡੀਆ ਰੇਡੀਓ ਵਾਲਿਆਂ ਦਾ 500 550 600 ਮੀਟਰ ਹੋਏਗਾ ਉੱਥੋਂ ਤੇ ਸ਼ੇਰ ਉੱਤੋਂ ਦੇਖ ਰਿਹਾ ਹੋਏਗਾ ਵੀ ਉਹ ਸ਼ੇਰ ਧੀਆਂ ਹਿੰਦੁਸਤਾਨ ਦੀਆਂ ਜੰਤਰ ਮੰਤਰ ਤੇ ਬੈਠੀਆਂ ਨੇ ਤੇ ਪਾਰਲੀਮੈਂਟ 'ਚ ਕੋਈ ਜਿਹੜਾ ਸੁਸ਼ੋਭਿਤ ਹੋਇਆ ਉਹਦਾ ਨਾਮ ਲੈ ਕੇ ਕਹਿ ਰਹੀਆਂ ਨੇ ਕਿ ਉਹਨੇ ਕਿਸ ਕਿਸਮ ਦੇ करम कुकरम कीते ने तो कोई शेर तो सुन रहा होगा मैं कहना चाह रहा था देखिए ये जो नई बिल्डिंग बनी है ना इसी जरूरत तो थी बननी पड़ती क्यों पड़ती आपको पता है 2026 के बाद जब संख्या बढ़ेगी तो नए एमपी आएंगे तो कहाँ बैठेंगे बिल्डिंगें तो बननी थी ये नहीं कह सकते जी बिल्डिंग बनाई गलत बनाई। एसपी सिंह जी कल ही दिल्ली सीगा भी रब सुख रखे खान मार्केट दी ਲੁਟੀਅਨਸ ਦਿੱਲੀ ਤੋਂ ਬਾਅਦ ਖਾਨ ਮਾਰਕੀਟ ਦੀ ਵਾਰੀ ਆ ਸਕਦੀ ਹੈ। ਚਲੋ ਹੁਣ ਆਪਾਂ ਖਤਮ ਕਰਨ ਤੋਂ ਪਹਿਲਾਂ ਮੈਨੂੰ ਇਹ ਵੈਸੇ ਨਾ ਮਾੜੀ ਗੱਲ ਹੈ ਕਈ ਵਾਰੀ ਕੋਈ ਗੱਲ ਚੰਗੀ ਯਾਦ ਨਹੀਂ ਹੋਣੀ ਚਾਹੀਦੀ। ਪਾਨ ਸਿੰਘ ਟੋਮਰ ਤੁਹਾਨੂੰ ਯਾਦ ਹੈ ਉਹਦੀ ਇਰਫਾਨ ਦੀ ਫਿਲਮ ਹੈ ਨਾ ਉਹਦਾ ਇੱਕ ਡਾਇਲੌਗ ਮੈਨੂੰ ਨਹੀਂ ਭੁੱਲਦਾ ਉਹ ਮੈਂ ਜਿੰਨਾ ਕੁ ਮੈਨੂੰ ਠੀਕ ਯਾਦ ਹੈ ਕਹਿੰਦਾ बीहड़ कहते हैं ना ਉਹਨੂੰ जंगल ਨੂੰ बिहड़ है ना कहता बिहड़ में तो बागी मिलते हैं डकैत तो पार्लियामेंट में होते हैं। अच्छा ये था तो पार्लियामेंट वो तो पार्लियामेंटेरियन ने कोई प्रोटेस्ट नहीं किया। एसोसिएशन फॉर डेमोक्रेटिक रिफॉर्म्स एसोसिएशन फॉर डेमोक्रेटिक रिफॉर्म्स एडीआर ने जो वेबसाइट पे जाइए क्रिमिनल कौन वेबसाइट पे जाइए और ਜਿਹੜਾ ਬਾਕੀ ਜੰਤਰ ਮੰਤਰ ਤੇ ਬੈਠੀਆਂ ਬੱਚੀਆਂ ਨੇ ਉਹ ਹੁਣ ਤੇ ਕੋਨੀ ਬਿਲਡਿੰਗ ਦੇ ਵਿੱਚੋਂ ਤਾਂ ਇੰਨੀ ਕੁ ਆਸ ਰੱਖਣਗੀਆਂ ਕਿ ਇਹਦੇ ਚ ਪਾਰਲੀਮੈਂਟਰੀ ਡੈਮੋਕ੍ਰੇਸੀ ਦਾ ਪਤਾ ਨਹੀਂ ਪਰ ਕੋਈ ਸ਼ਰਮ ਹਯਾ ਦਾ ਬੀਜ ਬਚਿਆ ਹੋਵੇ ਤਾਂ ਭਾਈ ਕੋਈ ਤਾਂ ਸੁਨੇਹਾ ਦਿਓ ਉਹਨਾਂ ਕੁੜੀਆਂ ਨੂੰ ਇਸ ਦੇਸ਼ ਦੇ ਲੋਕਾਂ ਨੂੰ ਕਿ ਤੁਸੀਂ ਇੱਜ਼ਤ ਕਰਦੇ ਹੋ ਉਹਨਾਂ ਦੀ ਜਿਨ੍ਹਾਂ ਨੂੰ ਬਚਾਉਣ ਦੀਆਂ ਕਸਮਾਂ ਖਾਂਦੇ ਹੋ ਤਾਂ ਅਸੀਂ ਵਿਸ਼ਵਾਸ ਵੀ ਕਰੀਏ ਕਿ ਭਾਈ ਜੇ ਤੁਸੀਂ ਪਾਰਲੀਮੈਂਟਰੀ ਡੈਮੋਕ੍ਰੇਸੀ ਨੂੰ ਬਚਾਉਣ ਦੀਆਂ ਕਸਮਾਂ ਖਾ ਕੇ ਤਿਕੋਣੀ ਬਿਲਡਿੰਗ ਬਣਾਈ ਹੈ ਪਰਮਾਤਮਾ ਤੁਹਾਡੇ ਨਾਲ ਹੋਵੇ ਰੱਬ ਸੁੱਖ ਰੱਖੇ ਅੱਲਾ ਹਾਫਿਜ਼ ਹੋਵੇ ਸਾਡੀ ਪਾਰਲੀਮੈਂਟਰੀ ਡੈਮੋਕ੍ਰੇਸੀ ਦਾ ਤੇ ਅੱਲਾ ਦਾ ਨਾਮ ਸੁਣ ਕੇ ਕੋਈ ਚਿੜ ਚੁੜਨਾ ਜਾਇਆ ਜੇ ਸਰਵ ਧਰਮ ਪ੍ਰਾਰਥਨਾ ਸਭਾ ਵੀ ਇਹਦਾ ਹਿੱਸਾ ਸੀ। ਅੱਜ ਲਈ ਇੰਨਾ ਹੀ ਧੰਨਵਾਦ ਤੇ ਰੱਬ ਰਾਖਾ।